ਬਾਜ ਉਠਿਓ ਰਣਜੀਤ ਨਗਾਰਾ, ਸੁਨੀ ਬੰਬ ਸਿੰਘਨ ਕੀਏ ਤਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ 'ਚ ਇਕੱਤਰ ਹੋ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੇ ਲੜੀਵਾਰ ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਕਥਾ ਬਹੁਤ ਹੀ ਅਦਬ, ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਸਤਿਗੁਰਾਂ ਦੀ ਕਲਿਆਣਕਾਰੀ ਕਥਾ ਬਹੁਤ ਹੀ ਸਤਿਕਾਰ ਸਹਿਤ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਲਿਖੀ ਹੈ। ਮਸੰਦਾਂ ਦਾ ਸੋਧ ਸਦਈਆ ਕੀਤਾ ਹੈ। ਭਾਈ ਬਹਿਲੋ ਕਾ ਗੁਰਦਾਸ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਹੈ। ਡਰਿਆ ਹੋਇਆ ਸੀ, ਭੈ ਭੀਤ ਸੀ। ਗੁਰਦੇਵ ਨੇ ਇਸ ਨੂੰ ਨਿਰਭੀਤ ਕੀਤਾ ਔਰ ਆਪਣੇ ਚਰਨਾਂ ਦੀ ਸ਼ਰਨ ਵਿੱਚ ਜਗ੍ਹਾ ਦੇ ਦਿੱਤੀ ਹੈ। ਗੁਰੂ ਘਰੋਂ ਬਣਦਾ ਸਤਿਕਾਰ ਤੇ ਮਾਣ ਭਾਈ ਬਹਿਲੋ ਕੇ ਗੁਰਦਾਸ ਨੂੰ ਬਖਸ਼ਿਆ। ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਕੁਝ ਸੰਗਤ ਆਈ ਹੈ। ਦਰਿਆ ਦੇ ਪਾਰਲੇ ਪਾਸੇ ਇੱਕ ਪਿੰਡ ਹੈ ਵਜਰੂੜ। ਗੁੱਜਰਾਂ ਤੇ ਰੰਗੜਾਂ ਦਾ ਇਹ ਪਿੰਡ ਹੈ। ਇਸ ਪਿੰਡ ਦਿਆਂ ਲੋਕਾਂ ਨੇ ਆਉਂਦੀ ਹੋਈ ਸੰਗਤ ਤੇ ਦਰਿਆ ਦੇ ਕਿਨਾਰੇ ਘੇਰ ਕੇ ਹਮਲਾ ਕੀਤਾ। ਸੰਗਤ ਕੋਲ ਜੋ ਰਾਜ ਸਾਜ ਸੀ ਖੋਹ ਲਿਆ। ਜਿਹੜੀਆਂ ਭੇਟਾਵਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਨੀਆਂ ਸਨ, ਖੋਹੀਆਂ ਹਨ। ਕੁਝ ਸਿੱਖਾਂ ਨੂੰ ਜ਼ਖਮੀ ਕੀਤਾ। ਇੱਕ ਦੋ ਸਿੱਖ ਸ਼ਹੀਦੀ ਵੀ ਪ੍ਰਾਪਤ ਕਰ ਗਏ ਨੇ। ਇਹ ਖਬਰ ਸਿੱਖਾਂ ਨੇ ਆ ਕੇ ਕਲਗੀਧਰ ਜੀ ਨੂੰ ਦਿੱਤੀ ਹੈ। ਮਹਾਰਾਜ ਬਜਰੂੜ ਪਿੰਡ ਦਿਆਂ ਲੋਕਾਂ ਨੇ ਵਧੀਕੀ ਕੀਤੀ ਹੈ। ਉਹਨਾਂ ਨੇ ਨੂੰਹ ਤੇ ਆਲਸੂਨ ਪਿੰਡਾਂ ਦੀ ਹਾਲਤ ਵੇਖ ਕੇ ਪ੍ਰੇਰਨਾ ਨਹੀਂ ਲਈ, ਸਗੋਂ ਉਹਨਾਂ ਤੋਂ ਵੀ ਵੱਧ ਵਧੀਕੀ ਕਰਕੇ ਸੰਗਤ ਨੂੰ ਤੰਗ ਕੀਤਾ। ਕਲਗੀਧਰ ਜੀ ਵੀਰ ਰਸ ਵਿੱਚ ਆਏ। ਆਖਿਆ ਖਾਲਸੇ ਨੂੰ ਆਪਣਾ ਜਲਾਲ ਵਿਖਾਣਾ ਪਵੇਗਾ। ਪਹਿਲ ਨਹੀਂ ਕਰਦੇ ਸਿੰਘ, ਪਰ ਜੇ ਕੋਈ ਪਹਿਲ ਕਰੇ, ਭਾਜੀ ਪਾਵੇ, ਤਾਂ ਫਿਰ ਉਹਨੂੰ ਦੁੱਗਣੀ ਕਰਕੇ ਮੋੜਨੀ ਚਾਹੀਦੀ ਹੈ। ਭਾਜੀ ਉਹਨਾਂ ਨੇ ਪਾਈ ਹੈ। ਭਜਨ ਕੀਰਤਨ ਕਰਨ ਵਾਲੀ ਸੰਗਤ ਦੇ ਉੱਤੇ ਹਮਲਾ ਕੀਤਾ। ਹਾਂ, ਜੇ ਸ਼ਸਤਰਧਾਰੀਆਂ 'ਤੇ ਹਮਲਾ ਕਰਦੇ ਤੇ ਸ਼ਸਤਰਧਾਰੀ ਅੱਗੋਂ ਮੁਕਾਬਲਾ ਕਰਦੇ। ਨਿਹੱਥੀ ਸੰਗਤ ਦੇ ਉੱਤੇ ਹਮਲਾ ਕਰਕੇ ਪਿੰਡ ਬਜਰੂੜ ਵਾਲਿਆਂ ਨੇ ਸਹੀ ਨਹੀਂ ਕੀਤਾ। ਹੁਕਮ ਕੀਤਾ। 2 ਦਿਨ ਲੰਘੇ। ਕਲਗੀਧਰ ਜੀ ਨੇ
ਚਲੋ ਖਾਲਸਾ ਜੀ ਸ਼ਿਕਾਰ ਤੇ ਚੱਲੀਏ। ਜਿਸ ਪ੍ਰਕਾਰ ਨਾਲ ਬਜਰੂੜ ਪਿੰਡ ਵਾਲਿਆਂ ਨੂੰ ਕਲਗੀਧਰ ਜੀ ਨੇ ਜਾ ਕੇ ਦੰਡ ਦਿੱਤਾ ਹੈ, ਉਹਨਾਂ ਦੀ ਕਰਨੀ ਦਾ ਫਲ ਉਹਨਾਂ ਨੂੰ ਦਿੱਤਾ ਹੈ। ਕਿਉਂਕਿ ਇਹ ਕਰ ਕਰੇ ਸੋ ਇਹ ਕਰ ਪਾਏ, ਜਿਹੋ ਜੀ ਕਰਨੀ ਸੀ ਵੈਸਾ ਫਲ ਉਹਨਾਂ ਨੂੰ ਭੁਗਤਣਾ ਹੀ ਪੈਣਾ। ਭੁਗਤਣਾ ਪੈਣਾ, ਇਹ ਫਲ ਤਾਂ ਭਾਈ ਭੁਗਤਣਾ ਹੀ ਪੈਣਾ ਹੈ। ਇਸ ਕਰਕੇ ਜੇ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਸੂਰਬੀਰਾਂ ਦਾ, ਬਹਾਦਰਾਂ ਦਾ, ਸਤਿਗੁਰਾਂ ਦੇ ਯੋਧਿਆਂ ਦਾ ਇਹ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕੈਸੀ ਸੂਰਬੀਰਤਾ ਮਹਾਰਾਜ ਜੀ ਔਰ ਸਤਿਗੁਰਾਂ ਦੇ ਸਿੰਘਾਂ ਵਿੱਚ। ਉਸ ਵੇਲੇ ਦੇ ਪਹਾੜੀ ਰਿਆਸਤਾਂ ਦੇ ਰਾਜੇ ਕਾਬਜ ਨੇ। ਇਹ ਗੁੱਜਰ ਤੇ ਰੰਗੜ ਉਹਨਾਂ ਪਹਾੜੀ ਰਾਜਿਆਂ ਦੀ ਸ਼ਹਿ ਦੇ ਉੱਤੇ ਨੇ। ਰਾਜਸੀ ਸਪੋਰਟ ਇਹਨਾਂ ਦੇ ਨਾਲ ਹੈ, ਪਰ ਖਾਲਸਾ ਕਿਵੇਂ ਇਹਨਾਂ ਨਾਲ ਟੱਕਰ ਲੈ ਰਿਹਾ ਹੈ। ਇਹ ਖਾਲਸੇ ਦੇ ਅੰਦਰ ਭਰੀ ਹੋਈ ਜਿਹੜੀ ਬੀਰ ਰਸ ਦੀ ਬਿਰਤੀ ਹੈ, ਕਲਗੀਧਰ ਜੀ ਨੇ ਜਿਹੜਾ ਧੀਰਜ ਤੇ ਹੌਸਲਾ ਖਾਲਸੇ ਨੂੰ ਬਖਸ਼ਿਆ ਹੈ, ਇਹ ਉਹ ਹੈ ਜਿਹੜਾ ਕੰਮ ਕਰ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਦੋਏ ਦਿਨ ਅੰਤਰ ਕੋ ਪਾਏ। ਇੱਕ ਦੋ ਦਿਨ ਦਾ ਅੰਤਰਾ ਠੀਕ ਉਸ ਤੋਂ 2 ਦਿਨ ਬਾਅਦ ਗੁਰੂ ਅਰੂਡਨ ਕੋ ਫੁਰਮਾਏ। ਸਤਿਗੁਰੂ ਜੀ ਨੇ ਹੁਕਮ ਕੀਤਾ, ਭਾਈ ਆਪੋ ਆਪਣਿਆਂ ਵਾਹਨਾਂ ਨੂੰ ਸ਼ਿੰਗਾਰੋ, ਘੋੜੇ ਤਿਆਰ ਕਰੋ, ਆਪਾਂ ਅੱਜ ਚਾਲਾ ਪਾਉਣਾ ਹੈ। ਬਾਜ ਉਠਿਓ ਰਣਜੀਤ ਨਗਾਰਾ। ਸਾਹਿਬ ਦੇ ਹੁਕਮ ਨੂੰ ਸੁਣਦਿਆਂ ਕਿ ਪਾਤਸ਼ਾਹ ਨੇ ਚਾਲਾ ਮਾਰਨ ਦਾ ਹੁਕਮ ਕੀਤਾ ਹੈ, ਸਤਿਗੁਰੂ ਜੀ ਦੇ ਨਗਾਰਚੀ ਨੇ ਸਾਹਿਬ ਦੇ ਰਣਜੀਤ ਨਗਾਰੇ ਦੇ ਉੱਤੇ ਦੋਹਰੀਆਂ ਚੋਭਾਂ ਲਾਈਆਂ ਨੇ, ਨਗਾਰਾ ਗੂੰਜਿਆ ਹੈ। ਸੁਨੀ ਬੰਬ ਸਿੰਘਨ ਕੀਏ ਤਿਆਰਾ। ਨਗਾਰੇ ਦੀ ਆਵਾਜ਼ ਸੁਣ ਕੇ, ਨਗਾਰੇ ਦੀ ਚੋਭ ਸੁਣ ਕੇ ਜਿੰਨੇ ਮਹਾਰਾਜ ਜੀ ਦੇ ਸੂਰਬੀਰ ਬਹਾਦਰ ਯੋਧੇ ਸਿੰਘ ਨੇ, ਸਾਰਿਆਂ ਨੇ ਤਿਆਰੀ ਕਰ ਲਈ। ਪਤਾ ਲੱਗ ਗਿਆ ਕਿ ਜ਼ਰੂਰ ਕਿਤੇ ਹੱਲਾ ਕਰਨਾ ਹੈ, ਤਾਂ ਹੀ ਨਗਾਰੇ ਤੇ ਦੋਹਰੀ ਚੋਭ ਵੱਜ ਰਹੀ ਹੈ। ਤੋ ਸਾਰੇ ਸਿੰਘ ਤਿਆਰ ਬਰ ਤਿਆਰ ਹੋ ਗਏ। ਹਿਆ ਪਰ ਜ਼ੀਨ ਪਾਏ ਕਰ ਤਬੈ। ਆਪੋ ਆਪਣਿਆਂ ਘੋੜਿਆਂ ਦੇ ਉੱਤੇ ਤਾਰੂ ਪਾ ਕੇ, ਕਾਠੀਆਂ ਪਾ ਕੇ, ਤੰਗਾਂ ਜਿਹੜੀਆਂ ਹੁੰਦੀਆਂ ਨੇ ਘੋੜੇ ਦੀਆਂ, ਘੋੜੇ ਦੇ ਥੱਲੇ ਕਾਠੀ ਦੇ ਨਾਲ ਇੱਕ ਤੰਗ ਹੁੰਦੀ, ਉਹਨੂੰ ਚੰਗੀ ਤਰ੍ਹਾਂ ਕੱਸ ਲਿਆ ਹੈ। ਚਲੇ ਜਿਤਕ ਪੈਦਲ ਥੇ ਸਬੇ। ਨਾਲ ਜਿੰਨੇ ਪੈਦਲ ਸੂਰਮੇ ਨੇ ਸਤਿਗੁਰਾਂ ਦੇ, ਕਿਉਂਕਿ ਘੋੜ ਸਵਾਰ ਵੀ ਨੇ ਤੇ ਪੈਦਲ ਵੀ ਨੇ। ਜਿਹੜੇ ਪੈਦਲ ਸੂਰਮੇ ਨੇ
ਉਹ ਪੈਦਲ ਸੂਰਮੇ ਵੀ ਸਤਿਗੁਰੂ ਜੀ ਦੇ ਨਾਲ ਚੜ੍ਹ ਕੇ ਚੱਲੇ, ਤਿਆਰ ਬਰ ਤਿਆਰ ਹੋ ਕੇ ਕਮਰ ਕੱਸੇ ਕੀਤੇ ਹੋਏ ਨੇ। ਗਰ ਸ਼ਮਸ਼ੇਰ ਹੋਏ ਸਮਸ਼ੇਰ, ਗਾਤਰੇ ਵਿੱਚ ਉਹਨਾਂ ਸਿੰਘਾਂ ਦੇ ਸੂਰਬੀਰ ਬਹਾਦਰ ਯੋਧਿਆਂ ਦੇ ਸ਼੍ਰੀ ਸਾਹਿਬਾਂ ਹਨ ਤੇ ਸ਼ਮਸ਼ੀਰਾਂ ਧਾਰਨ ਕਰਕੇ ਸ਼ੇਰ ਸਮਾਨ ਬਲੀ ਹੋ ਰਹੇ ਨੇ। ਕਸੀ ਕਮਰ ਗੈ ਤੁਪਕ ਕਨੇਰ, ਔਰ ਲੱਕਾਂ ਦੇ ਨਾਲ ਕਮਰ ਕੱਸੇ ਲਾ ਲਏ ਨੇ। ਤਲਵਾਰਾਂ ਆਪਣੇ ਗਾਤਰੇ ਵਿੱਚ ਚੰਗੀ ਤਰ੍ਹਾਂ ਕੱਸ ਕੇ ਤਿਆਰ ਕਰ ਲਈਆਂ ਨੇ। ਬੰਦੂਕਾਂ ਰਾਮ ਜੰਗੇ ਉਹ ਸਿੰਘਾਂ ਨੇ ਕਾਸ਼ਟ ਪਿਸਟਣੀਆਂ ਆਪਣੇ ਹੱਥਾਂ ਵਿੱਚ ਪਕੜ ਲਈਆਂ ਹਨ। ਕੀਨਸ ਗੁਰੂ ਅਖੇਰ ਬਹਾਨਾ, ਸਤਿਗੁਰੂ ਜੀ ਨੇ ਸ਼ਿਕਾਰ ਖੇਡਣ ਦਾ ਸਬੱਬ ਬਣਾਇਆ ਹੈ ਕਿ ਆਪਾਂ ਸ਼ਿਕਾਰ ਖੇਡਣ ਜਾਣਾ ਹੈ। ਜਮੂ ਬ੍ਰਿੰਦ ਜੁਤ ਕੀਏ ਪਰਸਥਾਨਾ, ਏਦਾਂ ਕੁਝ ਫੌਜਾਂ ਲੈ ਕੇ ਜਿਹੜੇ ਚੋਣਵੇਂ ਸੂਰਮੇ ਸਨ ਉਹਨਾਂ ਨੂੰ ਨਾਲ ਲੈ ਕੇ ਕਲਗੀਧਰ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰਸਥਾਨ ਕੀਤਾ ਹੈ, ਚਾਲਾ ਮਾਰਿਆ ਹੈ। ਸਲਤਾ ਪਾਰ ਉਤਰ ਕਰ ਫਿਰੇ, ਸਤਲੁਜ ਨੇ ਸਿੰਘਾਂ ਸਮੇਤ ਪਾਰ ਕੀਤਾ ਹੈ। ਦਰਿਆ ਦੇ ਪਾਰਲੇ ਪਾਸੇ ਜਾ ਕੇ ਸਾਹਿਬ ਦੀਆਂ ਫੌਜਾਂ ਵਿਚਰਨ ਲੱਗੀਆਂ ਹਨ। ਸਹਿਜ ਸੁਭਾਏ ਅਖੇਰੇ ਕਰੇ, ਸਿੱਧ ਸੁਭਾਵਕ ਨਾਲੇ ਦਰਿਆ ਦੇ ਪਾਰਲੇ ਪਾਸੇ ਜਾ ਕੇ ਜਿੱਥੇ ਸ਼ਿਕਾਰ ਮਿਲਦਾ ਹੈ ਸ਼ਿਕਾਰ ਖੇਡਦੇ ਹਨ। ਇਤੇ ਉਤ ਵਿਚਰਤ ਪਹੁੰਚੇ ਤਹਾਂ, ਏਦਾਂ ਨਾਲੇ ਸ਼ਿਕਾਰ ਖੇਡਦੇ ਜਾ ਰਹੇ ਨੇ। ਰਸਤੇ ਦੇ ਵਿੱਚ ਕਵਾਇਦ ਕਰਦਿਆਂ ਹੋਇਆਂ ਚੱਲ ਕੇ ਬਜਰੂੜ ਪਿੰਡ ਦੇ ਨੇੜੇ ਪਹੁੰਚੇ ਹਨ, ਜਿੱਥੇ ਇਹ ਰੰਗੜ ਗੁੱਜਰ ਗੁਰੂ ਘਰ ਨਾਲ ਦਵੈਸ਼ ਰੱਖਣ ਵਾਲੇ ਲੋਕ ਹਨ। ਦੁਸ਼ਟ ਬਜਰੂੜ ਗਰਾਮ ਥੋ ਜਹਾਂ, ਜਿੱਥੇ ਨਾ ਦੁਸ਼ਟ ਲੋਕਾਂ ਦਾ ਪਿੰਡ ਬਜਰੂੜ ਸੀ, ਜਿਨ੍ਹਾਂ ਨੇ 2 ਦਿਨ ਪਹਿਲਾਂ ਆਉਂਦੀ ਹੋਈ ਸੰਗਤ ਤੇ ਹਮਲਾ ਕਰਕੇ ਕੁਝ ਸਿੱਖ ਜ਼ਖਮੀ ਕੀਤੇ ਸਨ, ਕੁਝ ਸਿੱਖਾਂ ਦਾ ਕਤਲ ਕੀਤਾ ਸੀ। ਉਹਨਾਂ ਜਰਵਾਣਿਆਂ ਤੇ ਜ਼ਾਲਮਾਂ ਦੇ ਪਿੰਡ ਬਜਰੂੜ ਮਹਾਰਾਜ ਜੀ ਆ ਪਹੁੰਚੇ ਹਨ। ਨਿਕਟ ਹੋਏ ਕਰ ਮਾਰੋ ਮਾਰੀ, ਜਦੋਂ ਬਜਰੂੜ ਪਿੰਡ ਦੇ ਨੇੜੇ ਪਹੁੰਚੇ ਸਤਿਗੁਰੂ ਜੀ ਦੇ ਸੂਰਮਿਆਂ ਨੇ ਮਾਰ ਬਕਾਰਾ ਸ਼ੁਰੂ ਕਰ ਦਿੱਤਾ। ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਅਕਾਲ ਹੀ ਅਕਾਲ, ਏਦਾਂ ਕਹਿ ਕੇ ਆਵਾਜ਼ਾਂ ਦੇ ਨਾਲ ਆਕਾਸ਼ ਗੁੰਜਾ ਦਿੱਤਾ ਹੈ। ਓਰੜ ਪਰੇ ਵੀਰ ਇੱਕ ਬਾਰੀ, ਮਹਾਰਾਜ ਜੀ ਦੇ ਜਿੰਨੇ ਵੀਰ ਯੋਧੇ ਸਨ, ਜਿਵੇਂ ਬਾਜ ਆਪਣੇ ਸ਼ਿਕਾਰ ਦੇ ਉੱਤੇ ਟੁੱਟ ਕੇ ਪੈਂਦਾ ਨਾ ਪੰਛੀ ਤੇ ਲਵੇ ਬਟੇਰੇ ਤੇ, ਏਦਾਂ ਮਹਾਰਾਜ ਜੀ ਦੇ ਸਿੰਘ ਇਸ ਪਿੰਡ ਦੇ ਉੱਤੇ ਟੁੱਟ ਕੇ ਪੈ ਗਏ। ਅਰ ਰੰਗਣ ਦਵੈ ਜਾਤੀ, ਇਸ ਪਿੰਡ ਦੇ ਵਿੱਚ 2 ਜਾਤੀਆਂ ਦੇ ਲੋਕ ਸਨ, ਇੱਕ ਗੁੱਜਰ ਤੇ ਦੂਜੇ ਰੰਗੜ ਸਨ। ਜਾਣਿਓ ਜਬੇ ਹੋਤ ਪੇ ਘਾਤੀ, ਜਦੋਂ ਇਹਨਾਂ ਨੇ ਵੇਖਿਆ ਕਿ ਹੁਣ ਸਾਡਾ ਘਾਤ ਹੋਣਾ, ਸਾਡਾ ਕਾਲ ਆ ਗਿਆ, ਅਸੀਂ ਆਪਣੇ ਹੱਥੀਂ ਆਪ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਹੈ। ਗਹਿ ਗਹਿ ਸ਼ਸਤਰ ਬਨੇ ਸਾਵਧਾਨਾ, ਇਹ ਜਿੰਨੇ ਗੁੱਜਰ ਰੰਗੜ ਸਨ ਇਸ ਪਿੰਡ ਦੇ, ਆਪਣੀ ਗਲਤੀ ਮੰਨਣ ਦੀ ਬਜਾਏ ਕਿ ਪੰਥ ਦੀ ਸ਼ਰਨ ਪੈ ਜਾਣ, ਉਹਦੇ ਬਜਾਏ ਇਹਨਾਂ ਨੇ ਹਥਿਆਰ ਪਕੜ ਲਏ, ਸ਼ਸਤਰ ਪਕੜ ਕੇ ਅੱਗੋਂ ਮੁਕਾਬਲਾ ਕਰਨ ਵਾਸਤੇ ਆਏ। ਚੜੇ ਸਦਨ ਜੇ ਹੁਤੇ ਮਹਾਨਾ, ਔਰ ਇਹਨਾਂ ਵਿੱਚੋਂ ਜਿਹੜੇ ਵੱਡੇ ਗੁੱਜਰ ਰੰਗੜ ਸਨ, ਜਿਨ੍ਹਾਂ ਨੇ ਸੰਗਤ ਨਾਲ ਵੈਰ ਕਮਾਇਆ ਸੀ, ਆਪਣੇ ਘਰਾਂ ਦੇ ਉੱਤੇ ਜਾ ਚੜੇ ਹਨ। ਉਤੋ ਗ੍ਰਾਮ ਮੈਂ ਦੁਰਗ ਛੁਟੇਰਾ, ਇਸੇ ਪਿੰਡ ਦੇ ਵਿੱਚ ਬਜਰੂੜ ਦੇ ਵਿੱਚ ਇੱਕ ਛੋਟਾ ਜਿਹਾ ਕਿਲਾ ਵੀ ਬਣਿਆ ਹੋਇਆ ਸੀ। ਪਿੰਡ ਵਾਲਿਆਂ ਨੇ ਆਪਣਾ ਉਹ ਕਿਲਾ ਬਣਾਇਆ ਹੋਇਆ ਸੀ। ਉਸ ਕਿਲੇ ਦਾ ਵੀ ਇਹਨਾਂ ਨੂੰ ਬੜਾ ਮਾਣ ਸੀ ਵੀ ਆਉਂਦੇ ਜਾਂਦੇ ਲੋਕਾਂ ਨੂੰ ਲੁੱਟ ਲਾਂਗੇ ਤੇ ਜੇ ਕੋਈ ਆਏਗਾ ਚੜ੍ਹ ਕੇ ਤੇ ਕਿਲੇ 'ਚ ਵੜ ਕੇ ਆਪਣਾ ਬਚਾਅ ਕਰ ਲਵਾਂਗੇ। ਉਸੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਇਹਨਾਂ ਨੇ ਕਿਲਾ ਬਣਾਇਆ ਹੋਇਆ ਸੀ ਆਪਣੀ ਰਾਖੀ ਲਈ। ਜਾਏ ਪ੍ਰਵੇਸ਼ੇ ਬਹੁਤ ਇਸ ਬੇਰਾ, ਇਹਨਾਂ ਨੇ ਵੇਖਿਆ ਕਿ ਬਾਹਰ ਖਲੋ ਸਾਡਾ ਲੜਨਾ ਔਖਾ ਹੈ। ਇਹ ਜਿੰਨੇ ਗੁੱਜਰ ਰੰਗੜ ਸਨ ਇਹ ਇਕੱਠੇ ਹੋ ਕੇ ਸ਼ਸਤਰਧਾਰੀ ਹੋ ਕੇ ਉਸ ਕਿਲੇ ਦੇ ਵਿੱਚ ਜਾ ਵੜੇ
ਤੇ ਕਿਲੇ ਦਾ ਦਰਵਾਜ਼ਾ ਬੰਦ ਕਰ ਲਿਆ। ਥਾਉ ਥਾਉ ਕਰਕੇ ਤਕਰਾਈ। ਔਰ ਕਿਲੇ ਦੇ ਚਾਰੇ ਪਾਸੇ ਕਿਲੇ ਦੀ ਤਕੜਾਈ ਕਰ ਲਈ ਹੈ। ਜਿੱਥੇ ਜਿੱਥੇ ਕਿਲੇ ਦੇ ਮੋਰਚੇ ਸਨ, ਉਹਨਾਂ ਮੋਰਚਿਆਂ ਵਿੱਚ ਇਹਨਾਂ ਰੰਗੜਾਂ ਗੁੱਜਰਾਂ ਨੇ ਮੋਰਚਾਬੰਦੀ ਕਰ ਲਈ। ਛੁੱਟੀ ਤੁਪਕ ਗਨ ਮਚੀ ਲੜਾਈ। ਬੰਦੂਕਾਂ ਦੀਆਂ ਗੋਲੀਆਂ ਦਗੀਆਂ ਹਨ ਬੜੀ ਤੇਜ਼ੀ ਨਾਲ। ਭਿਆਨਕ ਘਮਾਸਾਨ ਜੰਗ ਹੋਇਆ ਹੈ। ਪਰ ਬਰੂਦ ਮੁਸ਼ਟਨ ਕੋ ਡਾਲੇ। ਔਰ ਬਰੂਦ ਭਰ ਕੇ ਮੁੱਠਾਂ ਦੇ ਵਿੱਚ ਆਪਣੀਆਂ ਬੰਦੂਕਾਂ ਦੀਆਂ ਨਾਲਾਂ ਚ ਪਾ ਕੇ ਉਹਨੂੰ ਠੋਕਦੇ ਹਨ, ਗੋਲੀਆਂ ਪਾ ਕੇ ਠੋਕਦੇ ਹਨ। ਠੋਕਤ ਗੁਲਕਾਂ ਗਜੈ ਨਿਕਾਲੇ। ਬਰੂਦ ਪਾ ਕੇ, ਗੋਲੀਆਂ ਪਾ ਕੇ ਜਿਹੜੇ ਗਜ ਹੁੰਦੇ ਨੇ, ਉਹਨਾਂ ਤੋੜੇਦਾਰ ਬੰਦੂਕਾਂ ਦੇ ਗਜਾਂ ਦੇ ਨਾਲ ਨਾਲੀਆਂ ਵਿੱਚ ਬਰੂਦ ਗੋਲੀਆਂ ਠੋਕਦੇ ਹਨ। ਸ਼ੀਗਰ ਕਲਾ ਪਰ ਜੋੜੇ ਤੋੜੇ। ਔਰ ਬੜੀ ਛੇਤੀ ਨਾਲ ਬੰਦੂਕਾਂ ਦੀ ਜਿਹੜੀ ਕਲਾ ਹੁੰਦੀ ਹੈ, ਜਿੱਥੇ ਟ੍ਰਿਗਰ ਹੁੰਦਾ ਹੈ, ਉਹਦੇ ਤੇ ਲਿਆ ਕੇ ਤੋੜੇ ਜੋੜਦੇ ਹਨ। ਧਰੇ ਪਲੀਤੇ ਪਰ ਕੁਛ ਮੋੜੇ। ਔਰ ਮੋੜ ਕੇ ਥੋੜਾ ਜਿਹਾ ਪਲੀਤਾ ਜਿਹੜਾ ਬਰੂਦ ਦੇ ਨਾਲ ਰੱਖਦੇ ਹਨ। ਦਸਤ ਰਵਾਂ ਕਰ ਤੂਰਨ ਤਾਕੇ। ਔਰ ਦਸਤ ਰਵਾਂ ਦਾ ਮਤਲਬ ਹੁੰਦਾ ਵੀ ਹੱਥਾਂ ਦੇ ਵਿੱਚ ਬੰਦੂਕ ਪਕੜ ਕੇ ਉਹਦਾ ਨਿਸ਼ਾਨਾ ਲਾ ਕੇ, ਨਿਸ਼ਾਨਾ ਸੇਧ ਕੇ ਫਿਰ ਉਹ ਗੋਲੀਆਂ ਚਲਾਉਂਦੇ ਹਨ। ਧੁਖਤ ਉਠੇ ਤਤਕਾਲ ਤੜਾਕੇ। ਔਰ ਜਦੋਂ ਗੋਲੀਆਂ ਚੱਲਦੀਆਂ ਬੰਦੂਕਾਂ ਚੋਂ ਤੜਾਕ ਦੇ ਕੇ ਆਵਾਜ਼ ਆਉਂਦੀ ਹੈ, ਧੂਆਂ ਇੱਕਦਮ ਉੱਡਦਾ ਆਕਾਸ਼ ਨੂੰ ਜਾ ਚੜ੍ਹਦਾ ਹੈ। ਸ਼ੂਕਤ ਗੋਰੀ ਫੋੜ ਸਰੀਰੰਗ। ਉਹ ਗੋਲੀਆਂ ਜਦੋਂ ਛੁੱਟ ਕੇ ਆਉਂਦੀਆਂ ਨੇ ਬੰਦੂਕਾਂ ਵਿੱਚੋਂ, ਸੂਰਮਿਆਂ ਦੀਆਂ ਛਾਤੀਆਂ ਨੂੰ ਪਰੋ ਦਿੰਦੀਆਂ ਹਨ, ਜ਼ਖਮੀ ਕਰ ਦਿੰਦੀਆਂ ਹਨ। ਨਿਕਸਤ ਸ਼੍ਰੋਨਤ ਭੀਗਤ ਚੀਰੰਗ। ਗੋਲੀ ਵੱਜਣ ਕਰਕੇ ਸਰੀਰ ਚੋਂ ਲਹੂ ਨੁੱਚੜਦਾ ਹੈ। ਸਰੀਰ ਦੇ ਉਸ ਲਹੂ ਦੇ ਨਾਲ ਯੋਧਿਆਂ ਤੇ ਸੂਰਮਿਆਂ ਦੇ ਬਸਤਰ ਲਹੂ ਨਾਲ ਲਾਲ ਰੰਗ ਦੇ ਹੋ ਕੇ ਗਹਿ ਗੱਚ ਹੋ ਜਾਂਦੇ ਹਨ। ਖੂਨ ਦੀਆਂ ਬੋਟੀਆਂ ਜਿਹੜੀਆਂ ਨੇ ਉਹ ਸਰੀਰ ਚੋਂ ਨਿਕਲਦੀਆਂ ਤੇ ਕੱਪੜਿਆਂ ਦੇ ਉੱਤੇ ਚਿੱਕੜ ਜਿਹਾ ਬਣ ਜਾਂਦਾ ਲਾਲ ਰੰਗ ਦਾ। ਹੋਏ ਕਾਇਲ ਕਾਵਨ ਪਬ ਕੰਤੇ। ਕਾਇਲ ਹੁੰਦੇ ਨੇ। ਔਰ ਜਿਹੜੇ ਜ਼ਖਮ ਨੇ ਉਹ ਉਹਨਾਂ ਵਿੱਚੋਂ ਨਾ ਭਵਕ ਕੇ, ਜਿਵੇਂ ਕਿਉਂਕਿ ਸਰੀਰ ਦੀ ਗਰਮੀ ਦੇ ਨਾਲ ਖੂਨ ਦੀਆਂ ਜਿਹੜੀਆਂ ਤਤੀਰੀਆਂ ਨੇ ਉਹ ਭੱਕ ਭੱਕ ਕਰਕੇ ਬਾਹਰ ਨੂੰ ਆਉਂਦੀਆਂ ਨੇ। ਇੱਕ ਕੂਮਤ ਇੱਕ ਪ੍ਰਾਣ ਤਜੰਤੇ। ਜ਼ਖਮੀ ਹੋ ਕੇ ਇੱਕ ਤਾਂ ਕੁਮਾਰੀ ਖਾ ਕੇ ਥੱਲੇ ਡਿੱਗਦੇ ਨੇ, ਜ਼ਖਮੀ ਹੋ ਕੇ ਡਿੱਗਦੇ ਕਰਾਉਂਦੇ ਨੇ। ਔਰ ਕਈਆਂ ਦੇ ਪ੍ਰਾਣ ਸਰੀਰ ਚੋਂ ਉੜਨ ਪੰਖੇਰੂ ਹੁੰਦੇ ਹਨ। ਇੱਕ ਭੀਖਨ ਪਿਖ ਹੋਵਤ ਪੀਰੂ। ਔਰ ਇੱਕ ਭਿਆਨਕ ਜੰਗ ਦਾ ਦ੍ਰਿਸ਼ ਵੇਖ ਕੇ ਕਾਇਰ ਹੋ ਰਹੇ ਨੇ। ਭਿਆਨਕ ਮਾਰ ਵੇਖ ਕੇ ਰਣ ਭੂਮੀ ਦੇ ਵਿੱਚ ਕਾਇਰ ਹੋ ਰਹੇ ਨੇ, ਕਾਮਦਿਲ ਤੇ ਬੁਝਦਿਲ ਹੋ ਰਹੇ ਨੇ। ਦਬ ਕੇ ਏਕ ਛੋਰ ਕਰ ਤੀਰ। ਔਰ ਇਸ ਪ੍ਰਕਾਰ ਨਾਲ ਤੀਰ ਛੱਡਦੇ ਨੇ, ਕਈ ਯੋਧੇ ਤੀਰ ਚਲਾਉਂਦੇ ਨੇ। ਸਿੰਘਨ ਵੈਰ ਚੁਗਿਰਦਾ ਘੇਰਾ। ਸਿੰਘਾਂ ਨੇ ਕਿਲੇ ਦਾ ਚਾਰਾਂ ਪਾਸਿਆਂ ਦੀ ਜਿਹੜੀਆਂ ਚਾਰ ਬਾਹੀਆਂ ਨੇ ਕਿਲੇ ਦੀਆਂ, ਉਹ ਚੁਗਿਰਦਾ ਗੁਰੂ ਕੇ ਖਾਲਸੇ ਨੇ ਸਿੰਘਾਂ ਨੇ ਘੇਰ ਲਿਆ ਹੈ। ਕਾਲ ਕਾਲ ਕਮਸਾਨ ਕਨੇਰਾ। ਬੜਾ ਭਿਆਨਕ ਘਮਾਸਾਨ ਜੰਗ ਹੋ ਰਿਹਾ ਹੈ, ਕਿਉਂਕਿ ਉਹ ਕਿਲੇ ਦੇ ਅੰਦਰੋਂ ਉੱਤੋਂ ਮੋਰਚੇ ਵਿੱਚੋਂ ਗੋਲੀਆਂ ਚਲਾਉਂਦੇ ਸਿੰਘ ਥੱਲੇ ਹਨ। ਇਸ ਕਰਕੇ ਰੰਗੜਾਂ ਤੇ ਗੁੱਜਰਾਂ ਨੂੰ ਕਾਬੂ ਕਰਨਾ ਕੁਝ ਮੁਸ਼ਕਲ ਹੋ ਰਿਹਾ ਹੈ। ਘੇਰ ਘੇਰ ਘੋਰਨ ਤੇ ਘਨੇ। ਏਦਾਂ ਘੋੜਿਆਂ ਦੇ ਨਾਲ ਆਲੇ ਦੁਆਲੇ ਘੇਰਾਬੰਦੀ ਕੀਤੀ ਹੈ। ਤਾਕ ਤਾਕ ਤੁਪਕਨ ਤੇ ਹਨੇ। ਬੰਦੂਕਾਂ ਦੀਆਂ ਗੋਲੀਆਂ ਦੇ ਨਿਸ਼ਾਨੇ ਤੱਕ ਤੱਕ ਕੇ ਸਿੰਘ ਮਾਰਦੇ ਹਨ। ਖਾਲਸਾ ਜੀ, ਸਤਿਗੁਰਾਂ ਦੇ ਸਿੰਘਾਂ ਦੇ ਗੋਲੀਆਂ ਦੀਆਂ ਨਿਸ਼ਾਨੇ ਦੀ ਇਹੋ ਜੀ ਸੁੰਦਰ ਘਾੜਤ ਹੈ ਨਿਸ਼ਾਨਾ ਲਾਉਣ ਵਿੱਚ, ਕਿਉਂਕਿ ਨਿਸ਼ਾਨੇ ਲਈ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ। ਜਿੰਨੀ ਕਿਸੇ ਦੀ ਵੱਧ ਇਕਾਗਰਤਾ ਹੁੰਦੀ ਹੈ, ਆਪਣਿਆਂ ਸਵਾਸਾਂ ਦੇ ਉੱਤੇ ਨਿਯੰਤਰਣ ਹੁੰਦਾ ਹੈ, ਓਨਾ ਹੀ ਉਹ ਨਿਸ਼ਾਨੇ ਨੂੰ ਸਿੱਧ ਕਰਕੇ ਉਹਨੂੰ ਨਿਸ਼ਾਨੇ ਨੂੰ ਫੁੰਡ ਦਿੰਦਾ ਹੈ। ਤੋ ਸਿੰਘ ਸਾਧਕ ਵੀ ਨੇ, ਕਿਉਂਕਿ ਅੰਮ੍ਰਿਤ ਵੇਲੇ ਉੱਠਦੇ ਨੇ, ਬਾਣੀ ਪੜ੍ਹਦੇ, ਇਕਾਗਰਤਾ ਵੀ ਹੈ ਇਹਨਾਂ 'ਚ। ਇਸ ਕਰਕੇ ਸਿੰਘਾਂ ਦੇ ਕੋਲ ਇੱਕ ਵਿਦਿਆ ਇਹ ਵੀ ਹੈ
ਕਿ ਬਿਨਾਂ ਵੇਖਿਆ ਅਗਰ ਕਿਤੋਂ ਆਵਾਜ਼ ਆਉਂਦੀ ਹੈ ਤਾਂ ਉਸ ਆਵਾਜ਼ ਨੂੰ ਸੁਣ ਕੇ ਉੱਥੇ ਗੋਲੀ ਦਾ ਨਿਸ਼ਾਨਾ ਮਾਰ ਕੇ ਉਹਨੂੰ ਮਾਰ ਦਿੰਦੇ ਨੇ, ਜਿੱਥੋਂ ਆਵਾਜ਼ ਆਉਂਦੀ ਹੋਵੇ, ਭਾਵੇਂ ਉਹਨੂੰ ਨਾ ਵੀ ਵੇਖਣ। ਇੰਨੀ ਇਕਾਗਰਤਾ ਸਿੰਘਾਂ ਦੇ ਵਿੱਚ ਹੈ। ਤੋ ਇਸ ਪ੍ਰਕਾਰ ਨਾਲ ਬੰਦੂਕਾਂ ਦੀਆਂ ਗੋਲੀਆਂ ਦੇ ਨਿਸ਼ਾਨੇ ਤੱਕ ਕੇ ਯੋਧੇ ਚਲਾਉਂਦੇ ਹਨ। ਪੈਦਲ ਚਮੂ ਗੁਰੂ ਕੀ ਆਈ। ਮਹਾਰਾਜ ਜੀ ਦੇ ਜਿਹੜੇ ਪੈਦਲ ਸੂਰਮੇ ਨੇ ਉਹ ਚੱਲ ਕੇ ਆਏ ਹਨ ਕਿਲੇ ਦੇ ਨੇੜੇ। ਭਈ ਨਿਕਟ ਵੱਡ ਮਾਰ ਮਚਾਈ। ਜਦੋਂ ਨੇੜੇ ਆਏ ਤੇ ਬੜੀ ਭਿਆਨਕ ਮਾਰ ਮਚੀ ਹੈ ਯੋਧਿਆਂ ਦੀ। ਪ੍ਰਭ ਜੀ ਦੇਖੇ ਖਰੇ ਤਮਾਸ਼ਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਖਲੋ ਕੇ ਜੰਗ ਦੇ ਮੈਦਾਨ ਦਾ, ਇਹ ਰਣ ਭੂਮੀ ਦਾ, ਸਿੰਘਾਂ ਯੋਧਿਆਂ ਦਾ ਜਿਹੜਾ ਇਹ ਜੰਗ ਹੋ ਰਿਹਾ, ਮਹਾਰਾਜ ਜੀ ਵੇਖ ਰਹੇ ਹਨ। ਕਰ ਕਰ ਓਜ ਦਿਖਾਵੇਂ ਦਾਸਾ। ਸਤਿਗੁਰੂ ਜੀ ਦੇ ਦਾਸ, ਮਹਾਰਾਜ ਜੀ ਦੇ ਸੇਵਾਦਾਰ ਸਿੰਘ ਆਪਣਾ ਜ਼ੋਰ ਵਿਖਾਉਂਦੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਿਖਾਉਂਦੇ ਹਨ ਕਿ ਮਹਾਰਾਜ ਅਸੀਂ ਇਸ ਤਰ੍ਹਾਂ ਸੂਰਬੀਰਤਾ ਨਾਲ ਲੜ ਰਹੇ ਹਾਂ। ਹੀਲਾ ਕਰਕੇ ਮਾਰੋ ਮਾਰਾ। ਹੱਲਾ ਕਰ ਕਰਕੇ ਪੈਂਦੇ ਨੇ ਮਾਰੋ ਮਾਰ ਕਰਦਿਆਂ ਹੋਇਆਂ, ਕਿਉਂਕਿ ਕੇਵਲ ਹੱਲਾ ਹੀ ਨਹੀਂ, ਮੂੰਹ ਤੋਂ ਬੋਲ ਕੇ ਹੱਲਾ ਸ਼ੇਰੀ ਵੀ ਦੇਣੀ ਪੈਂਦੀ ਹੈ ਨਾ। ਇੱਕ ਦੂਜੇ ਨੂੰ ਸਿੰਘ ਹੱਲਾ ਸ਼ੇਰੀ ਦਿੰਦੇ ਆ, ਬਸ ਖਾਲਸਾ ਜੀ ਜਿੱਤ ਲਿਆ ਕਿਲਾ ਆਪਾਂ। ਇਹ ਕੋਈ ਕਿਲਾ ਵੱਡਾ ਆਪਣੇ ਵਸ ਚੱਲੇ, ਸਾਹਿਬ ਦਾ ਹੁਕਮ ਚਾਹੀਦਾ, ਆਪਾਂ ਤਾਂ ਦਿੱਲੀ ਦੇ ਵੱਡੇ ਵੱਡੇ ਕਿਲੇ ਵੀ ਜਿੱਤ ਲਈਏ। ਤੋ ਇਸ ਤਰ੍ਹਾਂ ਸਿੰਘ ਇੱਕ ਦੂਜੇ ਨੂੰ ਹੱਲਾ ਸ਼ੇਰੀ ਦਿੰਦਿਆਂ ਹੋਇਆਂ ਹਮਲਾ ਕਰਦੇ ਨੇ, ਕਿਉਂਕਿ ਰਣ ਭੂਮੀ ਵਿੱਚ ਹੱਲਾ ਸ਼ੇਰੀ ਵੀ ਬੜੇ ਮਾਇਨੇ ਰੱਖਦੀ ਹੈ। ਜਦੋਂ ਨਾਲ ਦਾ ਕੋਈ ਸਿੰਘ ਹੱਲਾ ਸ਼ੇਰੀ ਦੇ ਦੇ, ਹਾਂ ਖਾਲਸਾ ਜੀ ਤਗੜੇ ਹੋ ਜਾਓ, ਤਾਂ ਉਸ ਵੇਲੇ ਹੱਲਾ ਸ਼ੇਰੀ ਦੇ ਨਾਲ ਵੀ ਮਾਨੋ ਬੜਾ ਭਾਰੀ ਉਤਸ਼ਾਹ ਸੂਰਮਿਆਂ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਜਿੱਥੇ ਤਲਵਾਰਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਨੇ, ਸ਼ਸਤਰ ਤੇ ਅਸਤਰ ਚੱਲਦੇ ਨੇ, ਉੱਥੇ ਨਾਲ ਮੂੰਹ ਤੋਂ ਮਾਰ ਲਓ, ਖਤਮ ਕਰ ਦਿਓ, ਜੰਗ ਜਿੱਤ ਲਓ, ਇੱਦਾਂ ਦਾ ਜਿਹੜੇ ਬੋਲ ਨੇ, ਨਾਰੇ ਨੇ, ਉਹ ਵੀ ਬੋਲੇ ਜਾਂਦੇ ਹਨ। ਜਾਏ ਪ੍ਰਵੇਸ਼ੇ ਨਗਰ ਮਝਾਰਾ। ਇੱਦਾਂ ਪਿੰਡ ਦੇ ਵਿੱਚ ਸਿੰਘ ਜਾ ਕੇ ਪ੍ਰਵੇਸ਼ ਕਰ ਗਏ ਹਨ। ਘਰ ਪਰ ਚਰੇ ਚਲਾਵੇਂ ਜਹ ਜੈ। ਹੁਣ ਕਈ ਰੰਗੜ ਆਪਣੇ ਘਰਾਂ ਦੀਆਂ ਛੱਤਾਂ ਤੇ ਚੜੇ ਹੋਏ ਨੇ ਔਰ ਛੱਤਾਂ ਤੇ ਚੜ ਕੇ ਗਲੀ ਵਿੱਚ ਜਾਂਦੇ ਸਿੰਘਾਂ ਤੇ ਗੋਲੀਆਂ ਦਾਗਦੇ ਹਨ। ਦਏ ਹਲਾਏ ਪਹੁੰਚ ਕਰ ਤਹਿ ਤਹਿ। ਪਰ ਸਿੰਘਾਂ ਦੇ ਸਾਹਮਣੇ ਨਾ ਕੀ ਲੜਨਾ ਸੀ। ਜਿੱਥੇ ਜਿੱਥੇ ਵੀ ਕੋਈ ਖੜਾ ਦਿਸਿਆ ਉੱਥੇ ਹੀ ਗੋਲੀ ਦਾ ਨਿਸ਼ਾਨਾ ਤੱਕ ਕੇ ਮਾਰਿਆ ਤੇ ਢੇਰ ਕਰ ਦਿੱਤਾ, ਪੈਰ ਹਿਲਾ ਕੇ ਰੱਖ ਦਿੱਤੇ ਇਹਨਾਂ ਦੇ। ਗੁੱਜਰ ਰੰਗੜ ਲੈ ਲੈ ਆਡੋ। ਗੁੱਜਰ ਤੇ ਰੰਗੜ ਆਡਾ ਲੈ ਲੈ ਕੇ, ਆਸਰਾ ਲੈ ਲੈ ਕੇ, ਕਸ ਕਸ ਤੁਪਕਨ ਤੱਕ ਤੱਕ ਛਾਡੋ। ਉਹ ਬੰਦੂਕਾਂ ਦੇ ਵਿੱਚ ਗੋਲੀਆਂ ਕੱਸ ਕੇ ਤੱਕ ਕੇ ਚਲਾਉਂਦੇ ਹਨ। ਤਿੰਨ ਕੋ ਅੰਗ ਕਿਤੋਂ ਦਿਖ ਜਾਏ। ਤੇ ਜੇ ਉਹ ਆਪ ਤਾਂ ਲੁੱਕ ਕੇ ਨਾ ਮੋਰਚਿਆਂ ਜਾਂ ਵਿੱਚ, ਜਿਵੇਂ ਕੋਈ ਸਾਹਮਣੇ ਆਸਰਾ ਲੈ ਕੇ ਲੁੱਕ ਕੇ ਚਲਾਉਂਦੇ ਐ, ਤੇ ਇੱਧਰ ਸਿੰਘ ਜਿਹੜੇ ਨੇ ਉਹ ਰੜੇ ਮੈਦਾਨ ਵਿੱਚ ਹੀ ਨੇ ਇੱਕ ਪ੍ਰਕਾਰ ਨਾਲ। ਜਦੋਂ ਨਾ ਗੁਜਰਾਂ ਰੰਗੜਾਂ ਦਾ ਸਰੀਰ ਦਾ ਕੋਈ ਅੰਗ ਮਾੜਾ ਮੋਟਾ ਵੀ ਬਾਹਰ ਦਿਸਦਾ ਨਾ, ਜੇ ਮੰਨ ਲਓ ਕਿਸੇ ਨੇ ਸਿਰ ਉਤਾਂ ਕਰਕੇ ਵੇਖਿਆ, ਮੁੰਡੀ ਜੀ ਚੁੱਕ ਕੇ ਠਾ ਗੋਲੀ ਆਉਂਦੀ ਮੱਥੇ 'ਚ ਕੜਾਕ ਦੇ ਕੇ। ਜੇ ਕਿਸੇ ਦਾ ਮੋਢਾ ਜਿਹਾ ਪਾਸੇ ਨੂੰ ਹੋ ਕੇ ਦਿਸਦਾ ਤਾਂ ਮੋਢੇ ਵਿੱਚ ਜਾ ਗੋਲੀ ਵੱਜਦੀ ਹੈ। ਉਹਨਾਂ ਦੇ ਸਰੀਰ ਦਾ ਕੋਈ ਵੀ ਅੰਗ ਨਜ਼ਰ ਆਉਂਦਾ ਸਿੰਘਾਂ ਨੂੰ, ਸਿੱਧੀ ਗੋਲੀ ਉਸੇ ਅੰਗ ਤੇ ਜਾ ਕੇ ਵੱਜਦੀ ਹੈ। ਤਤ ਛਿਨ ਗੁਲਕਾਂ ਲੱਗ ਹੋਏ ਘਾਏ। ਜਦੋਂ ਗੋਲੀ ਵੱਜਦੀ ਆ ਸਿੰਘਾਂ ਦੇ ਬੰਦੂਕ ਦੀ, ਤਤ ਛਿਨ ਉੱਥੇ ਹੀ ਘਾਇਲ ਹੋ ਕੇ ਉਹ ਡਿੱਗ ਪੈਂਦੇ ਨੇ। ਜੇ ਕਿਸੇ ਐਸੇ ਥਾਂ ਤੇ ਲੱਗ ਜਾਏ ਗੋਲੀ ਮੱਥੇ ਵਿੱਚ ਜਾਂ ਛਾਤੀ ਦੇ ਵਿੱਚ, ਤੇ ਨਾਲ ਹੀ ਉਹਨਾਂ ਰੰਗੜਾਂ ਤੇ ਗੁਜਰਾਂ ਦੇ ਪ੍ਰਾਣ ਉਡਣ ਪੰਖੇਰੂ ਹੋ ਜਾਂਦੇ ਨੇ। ਲਗੇ ਸੀਸ ਜਨ ਹੰਡਿਆ ਫੋਰੀ। ਕਈਆਂ ਦੇ ਸਿਰਾਂ 'ਚ ਗੋਲੀਆਂ ਵੱਜੀਆਂ ਨੇ, ਤੇ ਜਦੋਂ ਸਿਰਾਂ ਵਿੱਚ ਗੋਲੀਆਂ ਵੱਜਦੀਆਂ ਨੇ ਇਦਾਂ ਜਾਪਦਾ ਫੁੱਟਦਾ ਨਾ ਸਿਰ, ਜਿਵੇਂ ਖਖੜੀ ਜੀ ਨਹੀਂ ਹਾਂਡੀ ਜਿਵੇਂ ਤੋੜ ਦੇਈਦੀ ਆ ਮੱਖਣ ਦੀ ਭਰੀ ਹੋਈ, ਇਦਾਂ ਹਾਂਡੀ ਵਾਂਗੂ ਉਹਨਾਂ ਦਾ ਸਿਰ ਖਿੰਡ ਜਾਂਦਾ ਹੈ। ਜਾਂ ਦਵਾਣਾ ਕਿਸੇ ਨੇ ਚੁੱਕ ਕੇ ਜ਼ਰੂਰ ਜ਼ਮੀਨ ਤੇ ਸੁੱਟਿਆ ਹੋਵੇ ਪਟਕ ਕੇ, ਤੇ ਉਹ ਖਿੰਡ ਕੇ ਟੁਕੜੇ ਟੁਕੜੇ ਹੋ ਜਾਂਦਾ।
ਏਦਾਂ ਇਹਨਾਂ ਜਰਵਾਣਿਆਂ ਦੇ ਸਿਰ ਖਖੜੀ ਵਾਂਗੂ ਖਿੰਡਣ ਲੱਗੇ ਹਨ। ਰੁਪੇ ਸਿੰਘ ਤੱਕ ਮਾਰਤ ਗੋਰੀ। ਸਿੰਘ ਰੁੱਪ ਕੇ ਆਪਣੇ ਪੈਰ ਜਮਾ ਕੇ ਤੱਕ ਕੇ ਗੋਲੀ ਚਲਾਉਂਦੇ ਨੇ। ਕੋਈ ਗੋਲੀ ਸਿੰਘ ਦੀ ਬਿਨਾਂ ਨਿਸ਼ਾਨੇ ਤੋਂ ਨਹੀਂ ਜਾਂਦੀ। ਜੇ ਕੋਸ਼ਟ ਪਰ ਗ੍ਰਾਮ ਮਜਾਰੇ। ਜਿਹੜੇ ਘਰਾਂ ਦੇ ਕੋਠਿਆਂ ਦੇ ਉੱਤੇ ਚੜੇ ਹੋਏ ਸਨ, ਕੇਤਕ ਤੁਪਕਨ ਤੱਕ ਤੱਕ ਮਾਰੇ। ਉਹਨਾਂ ਚੋਂ ਕਈਆਂ ਨੂੰ ਬੰਦੂਕਾਂ ਨਾਲ ਗੋਲੀਆਂ ਨਾਲ ਤੱਕ ਕੇ ਮਾਰ ਮੁਕਾਇਆ। ਕੇਤਕ ਭਾਜ ਗੜੀ ਮੈਂ ਬੜੇ। ਕਈ ਭੱਜ ਕੇ ਕਿਲੇ ਦੇ ਵਿੱਚ ਜਾ ਵੜੇ ਸਨ। ਵਹਿਰ ਨ ਜਮੇ ਪਾਏ ਕਿਤ ਅੜੇ। ਉਹਦੀ ਬਾਹਰ ਖਲੋਤੇ ਨਾ ਹੀ ਉਹਨਾਂ ਦੇ ਪੈਰ ਅੜ ਸਕੇ ਨੇ ਬਾਹਰ। ਕਰ ਕਰ ਢੋ ਢੇਰਈ ਟੂਕੇ। ਔਰ ਕਹਿੰਦੇ ਇਸ ਤਰ੍ਹਾਂ ਹੱਲਾ ਕਰ ਕਰਕੇ ਨੇੜੇ ਜਾ ਢੁਕੇ ਨੇ ਗੁਰੂ ਕੇ ਲਾਲ। ਦੁਰਗ ਚੁਗਿਰ ਦੇ ਫਿਰ ਕੂਕੇ। ਕਿਲੇ ਦੇ ਚਾਰੇ ਪਾਸੇ ਫਿਰ ਕੇ ਨਾ ਸਿੰਘ ਉੱਚੀ ਜੀ ਉਹ ਅੰਦਰ ਬੈਠੇ ਨੇ, ਡਰੇ ਵੀ ਹੋਏ ਨੇ। ਸਿੰਘ ਬਾਹਰੋਂ ਗੇੜਾ ਜਿਹਾ ਮਾਰਦੇ ਆ ਕਿਲੇ ਦੇ, ਉੱਚੀ ਜੀ ਆਵਾਜ਼ 'ਚ ਜਕਾਰਾ ਛੱਡਦੇ ਆ। ਜਕਾਰੇ ਦੀ ਆਵਾਜ਼ ਸੁਣਦੇ ਉਹਨਾਂ ਦੇ ਦਿਲ ਮੂੰਹ ਵਿੱਚ ਆ ਜਾਂਦੇ ਨੇ, ਕਲੇਜਾ ਮੂੰਹ ਵਿੱਚ ਆ ਜਾਂਦਾ। ਇੱਦਾਂ ਡਰਦੇ ਨੇ, ਭੈ ਭੀਤ ਹੁੰਦੇ ਨੇ, ਕਿਉਂਕਿ ਖਾਲਸਾ ਜਦੋਂ ਜਕਾਰਾ ਗਜਾਉਂਦਾ ਤੇ ਜਕਾਰੇ ਦੀ ਗਰਜ ਦੇ ਵਿੱਚ ਇੱਦਾਂ ਜਾਪਦਾ ਮਾਨੋ ਕਿੰਨੇ ਹਜ਼ਾਰਾਂ ਸਿੰਘ ਜਿਹੜੇ ਨੇ ਉਹ ਆ ਪਹੁੰਚੇ ਹਨ। ਚਤਰ ਕਟੀ ਲਗ ਤੜ ਪੜ ਛੋਰੀ। ਇੱਦਾਂ 4 ਘੜੀਆਂ ਤੱਕ ਪੂਰਾ ਗਹਿ ਗੱਚ ਜੰਗ ਮਚਿਆ ਕਿ 4 ਘੜੀਆਂ ਤਾਈਂ ਬੰਦੂਕਾਂ ਦੀਆਂ ਗੋਲੀਆਂ ਤੜਫੜ ਕਰਕੇ ਚੱਲਦੀਆਂ ਰਹੀਆਂ। ਏਦਾਂ ਜਾਪਦਾ ਸੀ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਸੁਣ ਕੇ ਜਿਵੇਂ ਕੋਈ ਪਠਿਆਰਣ ਭੱਠੀ ਤੇ ਬਹਿ ਕੇ ਦਾਣੇ ਭੁੰਨਦੀ ਹੋਵੇ ਤੇ ਦਾਣਿਆਂ ਦੇ ਭੁੰਨਣ ਦੀ ਆਵਾਜ਼ ਆਉਂਦੀ ਆ ਨਾ, ਤੜਫੜ ਤੜਫੜ। ਏਦਾਂ ਗੋਲੀਆਂ ਦੀ ਆਵਾਜ਼ ਤਕਰੀਬਨ 4 ਘੜੀਆਂ ਤੱਕ ਸੁਣਾਈ ਦਿੰਦੀ ਰਹੀ। ਜੋਰ ਜੋਰ ਰਿਪ ਕਾਇਨ ਫੋਰੀ। ਔਰ ਕਹਿੰਦੇ ਜ਼ੋਰ ਜ਼ੋਰ ਕੇ ਬੰਦੂਕਾਂ ਦੇ ਨਿਸ਼ਾਨੇ ਦੁਸ਼ਮਣਾਂ ਦੀਆਂ ਛਾਤੀਆਂ ਤੋੜ ਦਿੱਤੀਆਂ ਹਨ ਖਾਲਸੇ ਨੇ। ਬਿਥਰਿਓ ਸ਼੍ਰੋਣਤ ਏਕ ਕਰਾਹੇ। ਕਹਿੰਦੇ ਖੂਨ ਬਿਥਰਿਆ ਦੂਰ ਤੱਕ ਦਿਸਦਾ ਹੈ ਤੇ ਕਈ ਕਰਾ ਰਹੇ ਨੇ ਜ਼ਮੀਨ ਤੇ ਪਏ ਹੋਏ। ਉਹਨਾਂ ਦੀ ਜ਼ੁਬਾਨ ਤੋਂ ਇੱਕੋ ਆਵਾਜ਼ ਸੁਣਾਈ ਦੇ ਰਹੀ ਹੈ, ਹਾਏ। ਬਸ ਏਦਾਂ ਕਰਾ ਰਹੇ ਹਨ। ਕੀਤਕ ਮਰੇ ਪਰੇ ਰਜ ਮਾਏ। ਕਈ ਮਰ ਕੇ ਡਿੱਗ ਪਏ ਨੇ, ਮਿੱਟੀ ਦੇ ਵਿੱਚ ਗਰਕ ਹੋ ਗਏ ਹਨ। ਸਿੰਘਨ ਜੰਗ ਪਿਖੇ ਗੁਰ ਸਾਚਾ। ਸੱਚੇ ਸਤਿਗੁਰੂ ਜੀ ਆਪਣਿਆਂ ਸਿੰਘਾਂ ਦਾ ਜੰਗ ਵੇਖਦੇ ਆ। ਕਲਗੀਧਰ ਜੀ ਬੜੇ ਖੁਸ਼ ਹੋ ਰਹੇ ਨੇ, ਆਪਣਿਆਂ ਸਿੰਘਾਂ ਨੂੰ ਜੂਝਦਿਆਂ ਵੇਖ ਕੇ ਖੁਸ਼ ਹੋ ਰਹੇ ਨੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕਦੇ ਇਹਨਾਂ ਦੇ ਸਾਹਮਣੇ ਸਿਰ ਨਹੀਂ ਸਨ ਚੁੱਕੇ, ਜਿਹੜੇ ਇਹਨਾਂ ਦੇ ਸਾਹਮਣੇ ਹੱਥ ਜੋੜ ਕੇ ਗਰਦਨਾਂ ਝੁਕਾ ਕੇ ਰਹਿੰਦੇ ਸਨ। ਇਹ ਉਹ ਸਿੰਘ ਨੇ ਜਿਹੜੇ ਹੁਣ ਤਲਵਾਰਾਂ ਪਕੜ ਕੇ ਜੂਝ ਰਹੇ ਨੇ, ਬੰਦੂਕਾਂ ਪਕੜ ਕੇ ਲੜ ਰਹੇ ਨੇ। ਕਲਗੀਧਰ ਜੀ ਵੇਖ ਕੇ ਬੜੇ ਖੁਸ਼ ਹੋ ਰਹੇ ਨੇ, ਬੜੇ ਪ੍ਰਸੰਨ ਹੋ ਰਹੇ ਨੇ ਆਪਣੇ ਯੋਧਿਆਂ ਨੂੰ, ਸੂਰਮਿਆਂ ਨੂੰ ਜੂਝਦਿਆਂ ਵੇਖ ਕੇ। ਜਿਹੜੇ ਕਾਇਰ ਹੁੰਦੇ ਨੇ ਨਾ, ਕਮਦਿਲ ਬੁਝਦਿਲ, ਉਹ ਕਹਿੰਦੇ ਇੰਨੇ ਬੰਦੇ ਉਦਾਂ ਹੀ ਮਰਵਾਈ ਜਾਂਦੇ ਐ। ਪਰ ਖਾਲਸਾ ਜੀ ਜੰਗ ਦੇ ਮੈਦਾਨ ਤੋਂ ਇਲਾਵਾ ਕੋਈ ਹੋਰ ਹੱਲ ਹੀ ਨਹੀਂ ਸੀ। ਉਦੋਂ ਕੇਵਲ ਇਹੀ ਇੱਕ ਤਰੀਕਾ ਸੀ ਆਪਣੀ ਗੱਲ ਸਮਾਜ ਦੇ ਵਿੱਚ ਰੱਖਣ ਦਾ, ਕਿਉਂਕਿ ਜੇ ਕੋਈ ਰੱਖਦਾ ਸੀ ਉਹਨੂੰ ਮਾਰ ਦਿੱਤਾ ਜਾਂਦਾ ਸੀ। ਆਪਣੀ ਸੁਤੰਤਰਤਾ ਲਈ ਲੜਨ ਵਾਸਤੇ, ਆਪਣੀ ਆਜ਼ਾਦੀ ਲਈ ਲੜਨ ਵਾਸਤੇ, ਆਪਣੇ ਧਰਮ ਦੀ ਰਾਖੀ ਲਈ ਲੜਨ ਵਾਸਤੇ ਇਹੀ ਇੱਕ ਤਰੀਕਾ ਸੀ, ਸ਼ਸਤਰਧਾਰੀ ਹੋ ਕੇ ਲੜਨਾ। ਇਸ ਕਰਕੇ ਭਾਈ ਜਿਹੜੇ ਕਾਇਰ ਤੇ ਗੀਦੀ ਹੁੰਦੇ ਨੇ ਉਹ ਉਦੋਂ ਵੀ ਕਮਦਿਲਾਂ ਵਾਲੀਆਂ ਗੱਲਾਂ ਕਰਦੇ ਸਨ ਤੇ ਅੱਜ ਵੀ ਉਹ ਕਮਦਿਲਾਂ ਵਾਲੀਆਂ ਹੀ ਬਾਤਾਂ ਕਰਦੇ ਨੇ, ਬੁਝਦਿਲਾਂ ਵਾਲੀਆਂ ਹੀ ਬਾਤਾਂ ਕਰਦੇ ਨੇ। ਸੂਰਮੇ ਅੱਜ ਵੀ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਜੀ ਦੇ ਸ਼ਸਤਰ ਜਿਹੜੇ ਨੇ ਉਹ ਕੰਮ ਆਉਂਦੇ ਆ। ਗੁਰੂ ਖਾਲਸਾ ਜੀ ਜਿਹੜੀ ਸਪਰਿਟ ਮਹਾਰਾਜ ਜੀ ਨੇ ਸੂਰਮਿਆਂ 'ਚ ਸਿੰਘਾਂ 'ਚ ਭਰੀ ਹੈ। ਕੋਈ ਦਿਨ ਪਹਿਲਾਂ ਇੱਕ ਸਿੰਘ ਮਿਲਟਰੀ ਦੇ ਵਿੱਚ ਜਿਹੜਾ ਸ਼ਹੀਦ ਹੋਇਆ ਹੈ, ਉਹਦੇ ਗਾਤਰੇ ਸ਼੍ਰੀ ਸਾਹਿਬ ਸੀ। ਗੁਰੂ ਖਾਲਸਾ ਜੀ
12 ਵੈਰੀਆਂ ਨੂੰ 12 ਦੁਸ਼ਮਣਾਂ ਨੂੰ ਮਾਰ ਕੇ ਉਹਨੇ ਸ਼ਹੀਦੀ ਦਾ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਉਹ ਸਪਿਰਿਟ ਜਿਹੜੀ ਖਾਲਸੇ ਦੇ ਵਿੱਚ ਮਹਾਰਾਜ ਜੀ ਨੇ ਭਰੀ ਆ, ਉਹ ਖੂਨ ਦੇ ਵਿੱਚ ਹੈ ਸਿੰਘਾਂ ਦੇ, ਉਹ ਕਿਤੇ ਜਾਣ ਵਾਲੀ ਨਹੀਂ ਹੈ। ਤੋ ਇਹ ਕਲਗੀਧਰ ਪਾਤਸ਼ਾਹ ਨੇ ਜਿਹੜੇ ਜੰਗ ਯੁੱਧ ਵਿੱਚ ਲੜਨ ਦੀ ਸਪਿਰਿਟ ਸਿੰਘਾਂ ਵਿੱਚ ਭਰੀ, ਕੱਲੀ ਲੜਨ ਦੀ ਨਹੀਂ, ਸਿੰਘਾਂ ਵਿੱਚ ਇੱਕ ਸਪਿਰਿਟ ਮਹਾਰਾਜ ਜੀ ਨੇ ਰਾਜ ਕਰਨ ਦੀ ਵੀ ਭਰੀ ਹੈ। ਐਸਾ ਨਹੀਂ ਵੀ ਲੜਨ ਮਰਨ ਨੂੰ ਖਾਲਸਾ ਤੇ ਰਾਜ ਕਰਨ ਨੂੰ ਹੋਰ, ਰਾਜ ਕਰਨ ਦਾ ਸੰਕਲਪ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ। ਤੇ ਰਾਜ ਕਰਨ ਦੀ ਜਿਹੜੀ ਸਪਿਰਿਟ ਭਰੀ ਕਲਗੀਧਰ ਜੀ ਨੇ 1699 ਦੀ ਵਿਸਾਖੀ ਨੂੰ, ਉਹ ਖਾਲਸਾ ਰਾਜ ਫਿਰ ਸਿੰਘਾਂ ਨੇ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਕਾਇਮ ਕੀਤਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋ ਕੇ। ਸੋ ਕਹਿਣ ਤੋਂ ਭਾਵ ਮਹਾਰਾਜ ਜੀ ਸਿੰਘਾਂ ਦੀ ਇਹ ਵੀਰ ਅਸੀਂ ਲੜਾਈ ਵੇਖ ਕੇ, ਸਿੰਘਾਂ ਨੂੰ ਲੜਦਿਆਂ ਵੇਖ ਕੇ, ਜਦੋਂ ਕੋਈ ਸਿੰਘ ਬਹਾਦਰੀ ਨਾਲ ਲੜਦਾ, ਸੂਰਵੀਰਤਾ ਨਾਲ ਲੜਦਾ, ਪਿੱਛੇ ਖੜੇ ਮਹਾਰਾਜ ਜੀ ਕਹਿੰਦਾ ਸ਼ਾਬਾਸ਼ ਹੈ, ਸ਼ਾਬਾਸ਼ ਹੈ ਬਹਾਦਰਾ ਯੋਧਿਆ, ਦਲੇਰੀ ਤੇਰੀ ਨੂੰ, ਤੂੰ ਆਪਣੀ ਮਾਂ ਦਾ ਪੀਤਾ ਦੁੱਧ ਸਫਲਿਆਂ ਕਰ ਦਿੱਤਾ ਹੈ। ਧੰਨ ਹੈ ਤੇਰੀ ਕੁੱਲ, ਜਿਸ ਕੁੱਲ ਦੇ ਵਿੱਚ ਤੂੰ ਸੂਰਮਿਆਂ ਜਨਮ ਲੈ ਕੇ ਆਇਆ, ਤੇਰਾ ਪਿਤਾ ਧੰਨ ਹੈ, ਤੇਰੀ ਮਾਤਾ ਧੰਨ ਹੈ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੰਘਾਂ ਦੀ ਬਹਾਦਰੀ ਨੂੰ ਸਲਾਉਂਦੇ ਨੇ। ਜਥਾ ਗਜ਼ਬ ਕੋ ਅਜਬ ਤਮਾਂਚਾ, ਕਹਿੰਦੇ ਇਸ ਤਰ੍ਹਾਂ ਕਹਿ ਸਕਦੇ ਆ ਵੀ ਜਿਹੜਾ ਗਜਬ ਦਾ ਅਜਬ ਤਮਾਸ਼ਾ ਹੈ, ਤਮਾਂਚਾ ਹੈ, ਚਪੇੜ, ਤਮਾਂਚਾ ਕਹਿੰਦੇ ਨੇ ਚਪੇੜ ਨੂੰ, ਇਹ ਗਜਬ ਨਹੀਂ ਹੁੰਦਾ, ਕਹਿੰਦੇ ਜਿਵੇਂ ਗਜਬ ਦਾ ਤਮਾਂਚਾ। ਕਹਿੰਦੇ ਖਾਲਸੇ ਨੇ ਜਿਹੜਾ ਇਹ ਹੱਲਾ ਕੀਤਾ, ਮਾਨੋ ਇਹਨਾਂ ਪਿੰਡ ਵਾਲਿਆਂ ਦੇ ਉੱਤੇ ਇੱਕ ਅਜਬ ਦਾ ਤੇ ਗਜਬ ਦਾ ਤਮਾਚਾ ਇਹਨਾਂ ਦੇ ਮੂੰਹ ਤੇ ਮਾਰਿਆ ਹੈ। ਗ੍ਰਾਮ ਸਗਰ ਘਰ ਘਰ ਮੈਂ ਬਰੇ, ਪਿੰਡ ਦੇ ਵਿੱਚ ਘਰ ਘਰ ਵਿੱਚ ਸਿੰਘ ਜਾ ਵੜੇ ਹਨ। ਟੁਕ ਟੁਕ ਢੋਏ ਦੁਰਗ ਡਿਗ ਡਿਗ ਕਰੇ, ਕਿਉਂਕਿ ਕਿਲੇ ਤੇ ਸਿੱਧਾ ਹਮਲਾ ਨਹੀਂ ਸੀ ਹੁੰਦਾ, ਕਿਲੇ ਦੇ ਰਾਹ ਵੇਖਦੇ ਨੇ ਆਲੇ ਦੁਆਲਿਓਂ ਕਿ ਕਿਧਰੋਂ ਕਿਲੇ ਦੇ ਵਿੱਚ ਪ੍ਰਵੇਸ਼ ਹੋਇਆ ਜਾ ਸਕਦਾ। ਚਲੇ ਬੰਦੂਕ ਨਾਦ ਵੱਡ ਉੱਠਿਓ, ਬੰਦੂਕਾਂ ਚੱਲਦੀਆਂ ਨੇ, ਭਿਆਨਕ ਨਾਦ ਉੱਠਦਾ ਹੈ। ਪਹਿਲਾਂ ਜਿਹੜੇ ਆਲੇ ਦੁਆਲੇ ਘਰਾਂ ਦੇ ਵਿੱਚ ਛੱਤਾਂ ਤੇ ਖਲੋਤੇ ਗੋਲੀਆਂ ਚਲਾਉਂਦੇ, ਪਹਿਲਾਂ ਤਾਂ ਸਿੰਘਾਂ ਨੇ ਉਹ ਸੋਧੇ, ਆਖਿਆ ਕਿਲੇ ਵਾਲਿਆਂ ਨੂੰ ਬਾਅਦ ਚ ਨਿਬੇੜਾਂਗੇ, ਪਹਿਲਾਂ ਜਿਹੜੇ ਬਾਹਰ ਫਿਰ ਤੁਰੇ ਫਿਰਦੇ ਨੇ, ਪਹਿਲਾਂ ਇਹਨਾਂ ਦਾ ਸੋਧਾ ਲਾਈਏ। ਬਰਖਤ ਗੁਲਕਾਂ ਜਨ ਕਨ ਉੱਠਿਓ, ਗੋਲੀਆਂ ਜਦੋਂ ਚੱਲਦੀਆਂ ਨੇ, ਏਦਾਂ ਜਾਪਦਾ ਜਿਵੇਂ ਬੱਦਲ ਦਾ ਮੀਂਹ ਪੈ ਰਿਹਾ ਹੋਵੇ ਆਕਾਸ਼ ਵਿੱਚੋਂ। ਲਗੇ ਮੋਰਚੇ ਦੁਰਗ ਨਜੀਕੇ, ਹੁਣ ਸਿੰਘਾਂ ਨੇ ਕਿਲੇ ਦੇ ਨੇੜੇ ਆ ਕੇ ਮੋਰਚੇ ਲਾ ਲਏ ਨੇ। ਸ਼ਸਤਰਨ ਤਿਆਗੇ ਧੀਰਜ ਹੀਐ ਕੇ, ਔਰ ਉਸ ਵਕਤ ਆਪਣੇ ਸ਼ਸਤਰਾਂ ਦਾ ਤਿਆਗ, ਯਾਨੀ ਕਿ ਸ਼ਸਤਰ ਚਲਾਉਂਦੇ ਨੇ ਧੀਰਜ ਦੇ ਨਾਲ। ਤਬ ਕਲਗੀਧਰ ਫੇਰ ਤੁਰੰਗ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜਾ ਫੇਰਿਆ। ਸ਼੍ਰੀ ਮੁਖ ਤੇ ਕਹਿ ਬਾਕੇ ਉਤੰਗ, ਉੱਚੀ ਆਵਾਜ਼ ਵਿੱਚ ਮਹਾਰਾਜ ਜੀ ਬੋਲੇ, ਖਾਲਸੇ ਨੂੰ ਸੰਬੋਧਨ ਕਰਦਿਆਂ। ਦਸਮ ਪਾਤਸ਼ਾਹ ਗੁਰੂ ਕਲਗੀਧਰ ਜੀ ਬੋਲੇ, ਕਾਲਿਓ ਹੇਲ ਗੜੀ ਪਰ ਚੜੋ। ਮਹਾਰਾਜ ਜੀ ਨੇ ਆਖਿਆ ਖਾਲਸਾ ਜੀ ਅਖੀਰਲਾ ਹੱਲਾ ਕਰਕੇ ਚੜ ਜੋ ਕਿਲੇ ਦੀਆਂ ਕੰਧਾਂ ਦੇ ਉੱਤੇ, ਕਿਲੇ ਦੀਆਂ ਕੰਧਾਂ ਦੇ ਉੱਤੇ ਚੜ ਜੋ, ਰੱਸੇ ਪਾ ਕੇ ਪੌੜੀਆਂ ਲਾ ਕੇ। ਖੇਂਚ ਖੜਗ ਕੋ ਅੰਤਰ ਬੜੋ, ਔਰ ਤਲਵਾਰਾਂ ਖਿੱਚ ਕੇ ਮਿਆਨ ਚੋਂ ਅੰਦਰ ਵੜ ਜੋ ਇਸ ਕਿਲੇ ਦੇ ਅੰਦਰ। ਦੁਸ਼ਟਨ ਖੰਡਨ ਖੰਡ ਬੇਹੰਡੋ, ਔਰ ਇਹਨਾਂ ਦੁਸ਼ਟਾਂ ਦੇ ਟੋਟੇ ਟੋਟੇ ਕਰਕੇ ਮਾਰ ਦਿਓ, ਜਿਨ੍ਹਾਂ ਨੇ ਇਹੋ ਜਿਹੀ ਜਰਵਾਣੀ ਬਿਰਤੀ ਸਾਬਤ ਕੀਤੀ ਹੈ। ਮੰਡੋ ਰਨ ਪਰ ਚੰਡ ਨੈ ਛੰਡੋ, ਭਿਆਨਕ ਜੰਗ ਕਰੋ ਐਸਾ ਕਿ ਜੰਗ ਦਾ ਇਹ ਮੈਦਾਨ ਛੱਡਣਾ ਨਹੀਂ। ਹੁਣ ਕਿਲੇ ਤੇ ਚੜ ਜੋ ਸਿੰਘੋ, ਮੋਰਚੇ ਲਾਉਣ ਦੀ ਲੋੜ ਨਹੀਂ। ਕਿੱਡਾ ਕੁ ਕਿਲਾ ਹੈ ਖਾਲਸਾ ਜੀ, ਇਹਨੂੰ ਹੁਣ ਚੜ ਕੇ ਉੱਪਰ ਕੰਧਾਂ ਦੇ ਚੜ ਕੇ ਮਿਆਨ ਚੋਂ ਤਲਵਾਰਾਂ ਧੂ ਕੇ ਅੰਦਰ ਜਾ ਵੜੋ, ਟੁਕੜੇ ਟੁਕੜੇ ਕਰ ਦਿਓ, ਵੱਡ ਵੱਡ ਡੱਕਰੇ ਕਰ ਦਿਓ ਨਾ ਮਲੇਛਾਂ ਦੇ। ਸੁਨ ਗੁਰ ਹੁਕਮ ਸਿੰਘ ਮਨ ਕੋਪੇ, ਸਤਿਗੁਰੂ ਜੀ ਦੇ ਬਚਨਾਂ 'ਚ ਇੰਨਾ ਕਰੰਟ ਸੀ, ਇੰਨਾ ਵੀਰ ਰਸ ਸੀ ਕਿ ਗੁਰਦੇਵ ਦੇ ਬਚਨ ਸੁਣਦਿਆਂ ਸਿੰਘਾਂ ਦੇ ਡੌਲੇ ਫਰਕੇ ਨੇ, ਭੌਹਾਂ ਚੜੀਆਂ ਨੇ, ਨੇਤਰ ਲਾਲ ਸੁਰਖ ਹੋ ਗਏ ਨੇ।
ਮਾਨੋ ਗੁਰਦੇਵ ਨੇ ਬਚਨ ਨਹੀਂ ਕਹੇ, ਕੋਈ ਵੀਰ ਰਸ ਦਾ ਇਹੋ ਜਿਹਾ ਟੀਕਾ ਹੈ ਜਿਹੜਾ ਭਰ ਕੇ ਸਿੰਘਾਂ ਦੇ ਸਰੀਰ 'ਚ ਫੂਕ ਦਿੱਤਾ ਹੈ। ਚੌਂਦਿਸ਼ ਚਰਨ ਦੁਰਗ ਟਿਗ ਰੋਪੇ, ਚਾਰੇ ਪਾਸਿਓਂ ਸਿੰਘਾਂ ਨੇ ਆਪਣੇ ਪੈਰ ਕਿਲੇ ਦੇ ਅੜਾ ਲਏ ਹਨ। ਮਾਰ ਮਾਰ ਬੋ ਮਾਰ ਪੁਕਾਰੇ, ਮਾਰ ਮਾਰ ਕਰਦਿਆਂ ਪਾ ਕੇ ਰੱਸੀਆਂ ਕਿਲੇ ਦੀਆਂ ਕੰਧਾਂ ਤੇ ਚੜਨ ਲੱਗੇ ਹਨ। ਗੜੀ ਪੋਰ ਕੇ ਨਿਕਟ ਸਿਧਾਰੇ, ਕਿਲੇ ਦਾ ਜਿਹੜਾ ਦਰਵਾਜ਼ਾ ਸੀ, ਛੋਟੀ ਜੀ ਗੜੀ ਸੀ, ਉਹਦਾ ਜਿਹੜਾ ਦਰਵਾਜ਼ਾ ਸੀ ਉੱਥੇ ਸਿੰਘ ਆਏ। ਢਿਗ ਢੂਕੇ ਪਿਖ ਢੋਲਿਓ ਹੱਲਾ, ਔਰ ਕਿਲੇ ਦਾ ਦਰਵਾਜ਼ਾ ਜਿਹੜਾ ਸੀ ਉਹ ਤੋੜਿਆ। ਉਹਨੂੰ ਤੋੜ ਕੇ ਤੋੜਨ ਵਾਸਤੇ, ਕਿਉਂਕਿ ਪੁਰਾਣੇ ਸਮਿਆਂ 'ਚ ਛੋਟੀਆਂ ਤੋਪਾਂ ਵਗੈਰਾ ਉਸ ਤਰੀਕੇ ਨਾਲ ਉਹਨੂੰ ਤੋੜਦੇ ਹਨ। ਤੁਰਕਨ ਕੋ ਤੀਰਜ ਔਰ ਹੱਲਾ, ਹੁਣ ਅੰਦਰ ਬੈਠੇ ਜਿੰਨੇ ਮਲੇਛ ਸਨ, ਇਹਨਾਂ ਦਾ ਹਿਰਦਾ ਦਹਿਲ ਗਿਆ ਵੀ ਇਹ ਤਾਂ ਅੰਦਰ ਵੜਨ ਲੱਗੇ ਨੇ, ਇਹ ਤਾਂ ਆਉਣ ਲੱਗੇ ਨੇ, ਅੰਦਰ ਦਰਵਾਜ਼ਾ ਤੋੜ ਦੇਣ ਲੱਗੇ ਨੇ, ਇਧਰੋਂ ਕੰਧਾਂ ਤੋਂ ਚੜਨ ਲੱਗੇ ਨੇ। ਅੰਤਰ ਬਰੇ ਕਤਲ ਕੋ ਕਰੇ, ਇਹ ਜੇ ਅੰਦਰ ਵੜ ਗਏ ਇਹਨਾਂ ਨੇ ਸਾਨੂੰ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ, ਸਾਨੂੰ ਸਾਰਿਆਂ ਨੂੰ ਹੀ ਮਾਰ ਮਕਾਉਣਾ। ਅਰੇ ਨਾ ਹਮ ਰਿਪ ਵਹਿਰ ਨ ਥਿਰੇ, ਤੇ ਜੇ ਅਸੀਂ ਨਾ ਹੁਣ ਬਾਹਰ ਆਏ ਤੇ ਦੁਸ਼ਮਣਾਂ ਨੇ ਬਾਹਰ ਨਹੀਂ ਟਿਕਣਾ, ਇਹਨਾਂ ਨੇ ਅੰਦਰ ਆ ਗਏ ਤੇ ਸਾਨੂੰ ਇਹਨਾਂ ਨੇ ਬਾਹਰ ਨਹੀਂ ਜਾਣ ਦੇਣਾ। ਗੀਦੀ ਮਰਬੇ ਕੋ ਡਰ ਧਰ ਕੇ, ਹੁਣ ਇਹਨਾਂ ਗੀਦੀਆਂ ਦੇ ਮਨਾਂ 'ਚ ਡਰ ਆ ਗਿਆ, ਭੈ ਆ ਗਿਆ। ਪਹਿਲਾਂ ਤਾਂ ਬੇਫਿਕਰ ਜਿਹੇ ਹੋਏ ਸੀ, ਕਿਲੇ 'ਚ ਕਿੱਥੇ ਆ ਜਾਣਗੇ, ਪਰ ਜਦੋਂ ਸਿੰਘਾਂ ਨੇ ਤਗੜੇ ਹੱਥ ਪਾਏ, ਕਿਲੇ 'ਚ ਵੜਨ ਲੱਗੇ ਨਾ, ਉਦੋਂ ਅੰਦਰ ਬੈਠੇ ਗੀਦੀ ਲੜਨ ਦੀ ਬਜਾਏ ਡਰਨ ਲੱਗ ਪਏ ਵੀ ਇਹਨੇ ਹੁਣ ਜੇ ਅੰਦਰ ਆ ਗਏ ਤੇ ਇਹਨਾਂ ਨੇ ਸਾਨੂੰ ਬਾਹਰ ਨਹੀਂ ਜਾਣ ਦੇਣਾ, ਇਹਨਾਂ ਸਾਨੂੰ ਮਾਰ ਦੇਣਾ। ਸਿੰਘਾਂ ਦੇ ਰੂਪ ਜਦੋਂ ਵੇਖਦੇ ਆ ਨਾ, ਕੰਧਾਂ ਤੇ ਚੜ੍ਹਦਿਆਂ ਦੇ ਉੱਤੇ ਬੈਠੇ ਵੇਖਦੇ ਨੇ, ਸਿੰਘਾਂ ਦੇ ਨੇਤਰ ਲਾਲ ਸੁਰਖ, ਮੁਛਹਿਰੇ ਚੜੇ ਹੋਏ, ਦਾੜੇ ਪ੍ਰਕਾਸ਼, ਸੀਸਾਂ ਤੇ ਉੱਚੇ ਦਮਾਲੇ, ਚੰਦ ਤੋੜੇ ਚੱਕਰ, ਤੇ ਜਦੋਂ ਵੇਖਦੇ ਆ ਕਚੀਚੀ ਵੱਟ ਕੇ ਮਲੇਛਾਂ ਦੀ ਜਿਵੇਂ ਜਿੰਦ ਨਿਕਲ ਜਾਂਦੀ ਹੈ ਸਰੀਰ ਚੋਂ, ਇਹਨਾਂ ਦੀ ਜਾਨ ਨਿਕਲ ਜਾਂਦੀ ਹੈ ਸਰੀਰ ਚੋਂ। ਤਜੇ ਜੁੱਧ ਇਮ ਮਸਲਤ ਕਰਕੇ, ਉਹ ਕਹਿੰਦੇ ਆਪਾਂ ਨਹੀਂ ਲੜਨਾ ਹੁਣ, ਜੇ ਬਚਾਉਣੀ ਹੈ ਆਪਣੀ ਜਿੰਦ ਤੇ ਲੜਾਈ ਛੱਡ ਦਿਓ, ਹਥਿਆਰ ਸੁੱਟ ਦਿਓ। ਪਿਖ ਹੱਲਾ ਪੱਲਾ ਤਬ ਫੇਰਾ, ਇਹਨਾਂ ਆਖਿਆ ਜੇ ਅੰਦਰ ਆ ਗਏ ਇਹਨਾਂ ਨੇ ਨਹੀਂ ਛੱਡਣਾ ਸਾਨੂੰ, ਇਹਨਾਂ ਨੇ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ। ਹਥਿਆਰ ਸੁੱਟ ਕੇ ਚਿੱਟੇ ਰੰਗ ਦਾ ਇੱਕ ਪੱਲਾ ਚੜ੍ਹ ਕੇ ਨਾ ਕੰਧ ਦੇ ਉੱਤੇ ਫੇਰ ਦਿੱਤਾ। ਚਿੱਟੇ ਰੰਗ ਦਾ ਪੱਲਾ ਫੇਰਨ ਦਾ ਮਤਲਬ ਹੈ ਵੀ ਅਸੀਂ ਹਾਰ ਮੰਨ ਲਈ ਹੈ। ਏਦਾਂ ਇਹਨਾਂ ਨੇ ਆਪਣਾ ਪੱਲਾ ਝਾੜ ਦਿੱਤਾ, ਪੱਲਾ ਫੇਰਿਆ। ਪ੍ਰਭ ਜੀ ਤਜੋ ਗ੍ਰਾਮ ਲੱਖ ਚੇਰਾ, ਉੱਤੋਂ ਹੀ ਆਵਾਜ਼ਾਂ ਮਾਰ ਕੇ ਕਹਿਣ ਲੱਗੇ, ਮੂੰਹ 'ਚ ਘਾਹ ਪਾ ਲਿਆ। ਘਾਹ ਪਾ ਕੇ ਕਈ ਕਹਿੰਦੇ ਜੀ ਅਸੀਂ ਘਾਹ ਖਾਣ ਵਾਲੀਆਂ ਗਊਆਂ ਹਾਂ, ਹੇ ਕਲਗੀਧਰ ਜੀ ਛੱਡ ਦਿਓ ਸਾਨੂੰ, ਸਾਡੀ ਜਿੰਦ ਬਖਸ਼ ਦਿਓ, ਇਹ ਸਾਡਾ ਸਾਰਾ ਪਿੰਡ ਤੁਹਾਡਾ ਚੇਲਾ ਹੈ। ਏਦਾਂ ਆਵਾਜ਼ਾਂ ਮਾਰਨ ਲੱਗੇ। ਉਹੀ ਨੇ ਜਿਹੜੇ 2 ਦਿਨ ਪਹਿਲਾਂ ਸੰਗਤ ਨੂੰ ਸ਼ਸਤਰਾਂ ਨਾਲ ਵੱਢਦੇ ਸਨ। ਜਦੋਂ ਅੱਗੋਂ ਤਗੜੇ ਹੱਥ ਪਏ ਨੇ ਤੇ ਹੁਣ ਮੂੰਹ 'ਚ ਘਾਹ ਲੈ ਕੇ ਗਊਆਂ ਬਣ ਕੇ ਬੇਨਤੀਆਂ ਕਰਨ ਲੱਗੇ ਨੇ, ਕਿਉਂਕਿ ਖਾਲਸਾ ਜੀ ਜਿਹੜਾ ਜਿਸ ਭਾਸ਼ਾ ਨੂੰ ਸਮਝਦਾ ਉਹਨੂੰ ਉਸੇ ਭਾਸ਼ਾ ਨਾਲ ਹੀ ਸਮਝਾਇਆ ਜਾ ਸਕਦਾ ਸੀ। ਹੱਟੀ ਬੰਦੂਕ ਛੁੱਟਣ ਤੇ ਜਬੈ, ਜਦੋਂ ਇਹਨਾਂ ਨੇ ਹੱਥ ਫੇਰੇ ਦੁਹਾਈ ਦੇਣ ਲੱਗੇ ਤੇ ਸਿੰਘਾਂ ਨੇ ਬੰਦੂਕਾਂ ਚਲਾਣੀਆਂ ਬੰਦ ਕਰ ਦਿੱਤੀਆਂ। ਕਹਿ ਕਰ ਵੈਰ ਨਿਕਾਸੀ ਤਬੈ, ਆਵਾਜ਼ ਮਾਰੀ ਸਿੰਘਾਂ ਨੇ, ਕਹਿੰਦੇ ਜੇ ਇਹ ਬਚਣਾ ਤੇ ਫਿਰ ਦਰਵਾਜ਼ਾ ਖੋਲ ਕੇ ਬਾਹਰ ਆ ਜਾਓ, ਕਿਉਂਕਿ ਜੇ ਸਿੰਘ ਅੰਦਰ ਆ ਗਏ ਫਿਰ ਤੁਹਾਡੀਆਂ ਲਾਸ਼ਾਂ ਹੀ ਆਉਣੀਆਂ ਨੇ ਬਾਹਰ, ਉਹ ਵੀ ਟੁਕੜਿਆਂ ਵਿੱਚ ਵੰਡੀਆਂ ਹੋਈਆਂ। ਉਹ ਵੀ ਇੱਕ ਇੱਕ ਤੁਹਾਡਾ ਸਰੀਰ 3-3 4-4 ਟੁਕੜਿਆਂ 'ਚ ਵੰਡਿਆ ਬਾਹਰ ਆਵੇਗਾ। ਪਛਾਣਨਾ ਔਖਾ ਹੋ ਜਾਣਾ ਘਰਦਿਆਂ ਨੂੰ ਵੀ ਸਾਡਾ ਬੰਦਾ, ਉਹਦਾ ਸਿਰ ਕਿਹੜਾ ਤੇ ਧੜ ਕਿਹੜਾ। ਇਸ ਕਰਕੇ ਬੰਦੇ ਬਣ ਕੇ ਆਪਣੇ ਆਪ ਹੀ ਬਾਹਰ ਆ ਜਾਓ ਤੇ ਚੰਗੀ ਗੱਲ। ਸਭ ਕੇ ਸ਼ਸਤਰ ਛੀਨ ਕਰ ਲੀਨੇ, ਹੁਣ ਜਿਹੜਾ ਬਾਹਰ ਆਉਂਦਾ ਏਦਾਂ ਹਥਿਆਰ ਉੱਤੇ ਕਰਕੇ, ਜਦੋਂ ਬਾਹਰ ਆਉਂਦਾ ਦਰਵਾਜ਼ਾ ਖੋਲ ਦਿੱਤਾ, ਉਹਨਾਂ ਦੇ ਸ਼ਸਤਰ ਖੋਹ ਲੈਂਦੇ ਆ ਸਿੰਘ। ਸ਼ਸਤਰ ਖੋਹ ਕੇ ਉਹਨਾਂ ਨੂੰ ਕਲਗੀਧਰ ਜੀ ਵੱਲ ਅੱਗੇ ਟੋਰ ਦਿੰਦੇ ਨੇ। ਜੋਰਤ ਕਰ ਜੀਵਤ ਤਜ ਦੀਨੇ, ਇਹਦਾ ਹੱਥ ਜੋੜ ਕੇ ਜਦੋਂ ਮੂੰਹ 'ਚ ਘਾਹ ਪਾ ਕੇ ਜਾਂਦੇ, ਜੀ ਆਹ ਵੇਖੋ ਸਾਡੇ ਮੂੰਹ 'ਚ ਘਾਹ ਸੀ ਤਾਂ ਗਾਵਾਂ ਆ ਘਾਹ ਖਾਣ ਵਾਲੀਆਂ, ਤੇ ਗਊਆਂ ਦੇ ਉੱਤੇ ਕਿਉਂ ਤੁਸੀਂ ਵਾਰ ਕਰਦੇ ਹੋ?
ਅਸੀਂ ਨਿਹੱਥੇ ਵੀ ਆ, ਵੇਖੋ ਤਲਵਾਰਾਂ ਅਸੀਂ ਤੁਹਾਨੂੰ ਦੇ ਦਿੱਤੀਆਂ ਨੇ। ਇਹਦਾ ਹੱਥ ਜੋੜ ਕੇ ਇਹਨਾਂ ਨੇ ਆਪਣਾ ਜੀਵਨ ਦਾਨ ਪ੍ਰਾਪਤ ਕੀਤਾ। ਸ਼੍ਰੀ ਸਤਿਗੁਰ ਬੈਠੇ ਤਰੁ ਛਾਇਆ। ਕਲਗੀਧਰ ਜੀ ਇੱਕ ਦਰਖਤ ਦੀ ਛਾਂ ਥੱਲੇ ਬੈਠੇ ਦਸ਼ਮੇਸ਼ ਪਾਤਸ਼ਾਹ। ਕਰਿਓ ਹੁਕਮ ਦਿਓ ਦੁਰਗ ਟਹਾਇਆ। ਇਹ ਜਿੰਨੇ ਅੰਦਰੋਂ ਕਿਲੇ ਚੋਂ ਬਾਹਰ ਕੱਢੇ ਸਾਰੇ ਥੱਲੇ ਬਿਠਾ ਦਿੱਤੇ, ਲੈਣਾ ਲਾ ਕੇ ਪੈਰਾਂ ਭਰਨੇ ਸਾਰੇ ਬਿਠਾ ਦਿੱਤੇ। ਮਹਾਰਾਜ ਜੀ ਨੇ ਵੇਖਿਆ ਵੀ ਪੁੱਛੋ ਭਾਈ ਕੋਈ ਹੋਰ ਤਾਂ ਨਹੀਂ ਰਹਿ ਗਿਆ ਅੰਦਰ। ਜਦੋਂ ਸਾਰੇ ਬਾਹਰ ਆਏ ਤੇ ਹੁਕਮ ਕੀਤਾ ਇਹ ਕਿਲਾ ਢਾਹ ਦਿਓ ਸਾਰਾ। ਇਹਨਾਂ ਨੂੰ ਇਸੇ ਕਿਲੇ ਦਾ ਮਾਣ ਹੈ ਨਾ, ਇਹ ਕਿਲਾ ਹੀ ਢਾਹ ਦਿਓ ਇਹਨਾਂ ਦਾ, ਬਜਰੂੜ ਪਿੰਡ ਦਾ। ਲਰਬੇ ਮਰਬੇ ਤੇ ਬਚ ਰਹੇ, ਜਿਹੜੇ ਲੜਨ ਮਰਨ ਤੋਂ ਬਚ ਰਹੇ, ਸੋ ਸਭ ਸਿੰਘਨ ਘੇਰੇ ਗਏ। ਉਹ ਸਿੰਘਾਂ ਨੇ ਘੇਰੇ ਦੇ ਵਿੱਚ ਲੈ ਲਏ ਤੇ ਉਹਨਾਂ ਦੇ ਕੋਲੋਂ ਹੀ ਜਿਹੜੇ ਉਹ ਬਾਹਰ ਕੱਢੇ ਨਾ, ਉਹਨਾਂ ਨੂੰ ਕਈ ਉਦਾਲ ਫੜਾ ਕੇ ਆਖਿਆ ਚਲੋ ਬਈ ਆਪਣਾ ਕਿਲਾ ਆਪੇ ਹੀ ਢਾਓ। ਸਿੰਘ ਪਿੱਛੇ ਖਲੋਤੇ ਨੇ, ਉਹਨਾਂ ਦਾ ਕਿਲਾ ਉਹਨਾਂ ਦੇ ਕੋਲੋਂ ਹੀ ਢਵਾਉਂਦੇ ਆ। ਇਹੀ ਪ੍ਰੇਰਣਾ ਗੁਰੂ ਖਾਲਸਾ ਜੀ ਮਹਾਰਾਜ ਜੀ ਦੇ ਵੇਲੇ ਦੇ ਸਿੰਘਾਂ ਨੇ ਗ੍ਰਹਿਣ ਕੀਤੀ। ਅਬਦਾਲੀ ਵੱਡਾ ਘੱਲੂਘਾਰਾ ਕਰਕੇ ਗਿਆ, 40,000 ਦੇ ਨੇੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ। ਤੇ ਜਦੋਂ ਵਾਪਸੀ ਜਾਂਦਾ ਦਰਬਾਰ ਸਾਹਿਬ ਨੂੰ ਉਡਾ ਕੇ ਸਰੋਵਰ ਭਰ ਕੇ ਚੱਲਿਆ ਜਾਂਦਾ ਅਬਦਾਲੀ। ਤੇ ਹਾਲੇ ਲਾਹੌਰ ਨਹੀਂ ਸੀ ਟੱਪਿਆ, ਸਿੰਘਾਂ ਨੇ ਇੱਧਰੋਂ ਵੇਖੋ ਕਿੰਨੇ ਸਿੰਘ ਸ਼ਹੀਦ ਹੋ ਗਏ। ਦੁਬਾਰਾ ਜਾ ਕੇ ਫਿਰ ਪਹੁੰਚੇ ਉੱਥੇ, ਅਬਦਾਲੀ ਦੀਆਂ ਹੀ ਫੌਜਾਂ ਲਿਆਂਦੀਆਂ ਘੇਰ ਕੇ, ਜਿਹੜੇ ਭਰ ਕੇ ਗਏ ਸੀ ਨਾ ਸਰੋਵਰ, ਉਹਨਾਂ ਨੂੰ ਆਖਿਆ ਚਲੋ ਆ ਜਿਵੇਂ ਜਿਹਨਾਂ ਹੱਥਾਂ ਨਾਲ ਭਰਿਆ ਉਹਨਾਂ ਹੱਥਾਂ ਨਾਲ ਹੀ ਕੱਢੋ ਵਿੱਚੋਂ ਸਾਰੀ ਗਾਰ। ਤੋ ਇਹ ਪ੍ਰੇਰਣਾ ਇਹ ਪੁਰਾਣੇ ਸਮੇਂ ਤੋਂ ਸਿੰਘਾਂ ਨੇ, ਕਲਗੀਧਰ ਜੀ ਦੇ ਵੇਲੇ ਉਹ ਜਿਹੜਾ ਕਿਲਾ ਇਹਨਾਂ ਨੇ ਆਪਣੇ ਹੱਥੀਂ ਬਣਾਇਆ ਸੀ ਨਾ, ਇਹਨਾਂ ਨੂੰ ਹੀ ਫੜ ਕੇ ਰੰਘਣਾ ਗੁੱਜਰਾਂ ਨੂੰ ਜਿਹੜੇ ਉਸ ਪਿੰਡ ਦੇ ਸਨ ਉਹਨਾਂ ਨੂੰ ਹੀ ਕਈਆਂ ਫੜਾ ਦਿੱਤੀਆਂ, ਉਧਾਲ ਫੜਾ ਦਿੱਤੇ, ਕੁਦਾਲ ਫੜਾ ਕੇ ਆਖਿਆ ਚਲੋ ਹੁਣ ਆਪਣੇ ਹੱਥੀਂ ਢਾਓ। ਕਹੀ ਕੁਦਾਲੇ ਦੇ ਕਰ ਹਾਥ, ਕਈਆਂ ਕੁਦਾਲ ਘਾਣ ਦੇ ਕੇ ਉਹਨਾਂ ਦੇ ਹੱਥਾਂ ਵਿੱਚ। ਦੁਰਗ ਟਹਾਏ ਦੀਨ ਤਿੰਨ ਸਾਥ, ਉਹਨਾਂ ਦੇ ਕੋਲੋਂ ਹੀ ਉਹ ਸਾਰਾ ਕਿਲਾ ਢਵਾ ਦਿੱਤਾ, ਨੀਹਾਂ ਤੱਕ ਪਟਾ ਕੇ ਰੱਖ ਦਿੱਤੀਆਂ ਕਿਲੇ ਦੀਆਂ। ਕਰ ਮੈਦਾਨ ਦੀਨ ਤਤਕਾਲਾ, ਤਾਤਕਾਲ ਉਸੇ ਵੇਲੇ ਜਿੱਥੇ ਕਿਲਾ ਸੀ ਕੁਝ ਸਮਾਂ ਪਹਿਲਾਂ ਰੜਾ ਮੈਦਾਨ ਬਣਾ ਦਿੱਤਾ। ਉੱਥੇ ਵੇਖਦਿਆਂ ਹੀ ਉਹ ਕਿਲਾ ਹੀ ਢਾਹ ਦਿੱਤਾ ਤੇ ਮੈਦਾਨ ਬਣਾ ਦਿੱਤਾ। ਦਈ ਸਜਾਏ ਕਰਾਲ ਬਿਸਾਲਾ, ਏਦਾਂ ਇਹਨਾਂ ਪਿੰਡ ਬਜਰੂੜ ਵਾਲਿਆਂ ਜਰਵਾਣਿਆਂ ਤੇ ਮਲੇਛਾਂ ਨੂੰ ਸਜ਼ਾ ਦਿੱਤੀ ਹੈ। ਸਦਨ ਵਸਤ ਸਭ ਲੀਨ ਛਿਨਾਈ, ਔਰ ਇਹਨਾਂ ਦੇ ਘਰ 'ਚ ਜਿਹੜੀਆਂ ਵਸਤੂਆਂ ਸਿੱਖਾਂ ਕੋਲੋਂ ਖੋਹੀਆਂ ਹੋਈਆਂ ਸਨ ਉਹ ਸਿੰਘਾਂ ਨੇ ਆਪਣੇ ਕਬਜ਼ੇ 'ਚ ਕਰ ਲਈਆਂ। ਜੀਵਤ ਮਿਲੇ ਬਿਨੈ ਬਹੁ ਗਾਈ, ਜੀਵਦੇ ਹੋਏ ਜਿਹੜੇ ਮਿਲੇ ਉਹਨਾਂ ਨੇ ਆ ਕੇ ਬੇਨਤੀਆਂ ਕਰਕੇ ਆਪਣੀ ਜਾਨ ਬਚਾਈ। ਸਿੰਘਾਂ ਨੇ ਨਾ ਕਿਸੇ ਔਰਤ ਤੇ ਸ਼ਸਤਰ ਚਲਾਇਆ, ਨਾ ਕਿਸੇ ਬੱਚੇ, ਨਾ ਹੀ ਕਿਸੇ ਨਿਹੱਥੇ ਤੇ ਸ਼ਸਤਰ ਚਲਾਇਆ। ਇਹ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਹੁਕਮ ਕੀਤਾ ਹੋਇਆ ਸੀ, ਜਿਹੜਾ ਨਿਹੱਥਾ ਹੋ ਕੇ ਹੱਥ ਜੋੜ ਲਵੇ ਉਹਦੇ ਤੇ ਵਾਰ ਨਹੀਂ ਕਰਨਾ, ਜਾਂ ਜਿਹੜਾ ਡਿੱਗ ਪਏ ਉਹਦੇ ਤੇ ਵਾਰ ਨਹੀਂ ਕਰਨਾ, ਕਿਸੇ ਔਰਤ ਤੇ ਬੱਚੇ ਤੇ ਵਾਰ ਨਹੀਂ ਕਰਨਾ। ਬਜਰੂੜ 'ਚ ਸਿਰਫ ਉਹਨਾਂ ਦਾ ਸੋਧਾ ਲੱਗਾ ਜਿਹੜੇ ਸ਼ਸਤਰ ਪਕੜ ਕੇ ਲੜਨ ਆਏ ਨੇ, ਜਿਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕਰ ਲਈ, ਬਚਾ ਲਈ ਆਪਣੀ ਜਾਨ ਉਹਨਾਂ ਨੇ। ਸ਼੍ਰੀ ਮੁਖ ਤੇ ਤਿੰਨ ਤੋਂ ਸਭ ਕਹਿਓ, ਕਲਗੀਧਰ ਜੀ ਨੇ ਹੁਕਮ ਕੀਤਾ ਉਸ ਵੇਲੇ ਇਹਨਾਂ ਸਾਰੇ ਪਿੰਡ ਵਾਸੀਆਂ ਨੂੰ ਬੁਲਾ ਕੇ, ਸੰਗਤ ਕੋ ਛੀਨਨ ਕਿਉਂ ਚਾਹਿਓ। ਮਹਾਰਾਜ ਜੀ ਕਹਿੰਦੇ ਭਲੇ ਮਾਨਸੋ ਇਹ ਦੱਸੋ ਤੁਸੀਂ ਸੰਗਤ ਕੋਲੋਂ ਕਿਉਂ ਖੋਣਾ ਚਾਹੁੰਦੇ ਸੀ? ਸਾਡੀ ਸੰਗਤ ਹੈ, ਗੁਰਸਿੱਖ ਨੇ ਕੀਰਤਨ ਕਰਦੇ ਜਾ ਰਹੇ, ਭਜਨ ਕਰਦਿਆਂ ਤੇ ਤੁਸੀਂ ਗੋਲੀਆਂ ਚਲਾ ਦਿੱਤੀਆਂ, ਉਹਨਾਂ ਨੂੰ ਜਾ ਕੇ ਲੁੱਟਣ ਲੱਗ ਪਏ। ਤੁਹਾਡੀ ਇਹ ਸਿਆਣਪ ਹੈ, ਇਹ ਤੁਹਾਡੀ ਮੂਰਖਤਾ ਹੀ ਹੈ। ਤੁਸੀਂ ਇਹ ਬੜਾ ਵੱਡਾ ਕੋਝਾ ਭੈੜਾ ਕੰਮ ਕੀਤਾ ਹੈ। ਸੋ ਪਲਟੋ ਤੁਮ ਤੇ ਅਮਲੀ ਨੇ, ਉਹਦਾ ਫਲ ਅਸੀਂ ਤੁਹਾਨੂੰ ਦਿੱਤਾ ਜਿਹੜੀ ਵਧੀਕੀ ਤੁਸੀਂ ਪਹਿਲਾਂ ਕੀਤੀ ਹੈ। ਮਤਾ ਤੁਹਾਡੇ ਮਨ 'ਚ ਭਰਮ ਹੋਵੇ ਵੀ ਖਬਰੇ ਸਾਡੇ ਤੇ ਕਾਹਨੂੰ ਹਮਲਾ ਹੋਇਆ। ਜਿਹੜੀ ਕਰਤੂਤ ਤੁਸੀਂ 2-3 ਦਿਨ ਪਹਿਲਾਂ ਕੀਤੀ ਹੈ ਨਾ, ਇਹ ਉਹਦਾ ਫਲ ਤੁਹਾਨੂੰ ਦਿੱਤਾ ਗਿਆ ਹੈ। ਭਏ ਦੀਨ ਅਬ ਛੋਰਨ ਕੀਨੇ, ਤੁਸੀਂ ਹੁਣ
ਦੀਨ ਹੋ ਕੇ ਆ ਗਏ ਹੋ ਸ਼ਰਨ 'ਚ, ਤਾਂ ਤੁਹਾਨੂੰ ਜਿਉਂਦਿਆਂ ਛੱਡ ਦਿੱਤਾ। ਵੈਸੇ ਤੁਹਾਡੀਆਂ ਕਰਤੂਤਾਂ ਨਹੀਂ ਸੀ ਜਿਉਂਦੇ ਛੱਡਣ ਵਾਲੀਆਂ, ਪਰ ਤੁਸੀਂ ਦੀਨ ਹੋ ਕੇ ਸ਼ਰਨ ਆ ਗਏ, ਇਸ ਕਰਕੇ ਤੁਹਾਨੂੰ ਬਖਸ਼ ਹੈ। ਜੋ ਅਬ ਕੋ ਕਰਈ ਪਰ ਯਾਦ ਰੱਖਿਓ, ਜੇ ਹੁਣ ਅੱਗੇ ਤੋਂ ਤੁਸੀਂ ਕੋਈ ਏਦਾਂ ਦਾ ਅਪਰਾਧ ਕੀਤਾ, ਅੱਗੇ ਤੋਂ ਕੋਈ ਏਦਾਂ ਦੀ ਵਧੀਕੀ ਕੀਤੀ, ਇਸ ਬਿਦ ਕੀ ਪੈ ਹੈ ਬੋ ਬਾਦਾ। ਅੱਜ ਤਾਂ ਸਿਰਫ ਤੁਹਾਨੂੰ ਛੋਟਾ ਜਿਹਾ ਇੱਕ ਸਾਹਮਣਾ, ਛੋਟਾ ਜਿਹਾ ਪ੍ਰਦਰਸ਼ਨ ਹੀ ਵਿਖਾਇਆ ਜੰਗ ਦਾ। ਜੇ ਦੁਬਾਰਾ ਕੋਈ ਏਦਾਂ ਦਾ ਕੁਕਰਮ ਕੀਤਾ ਤੇ ਫਿਰ ਤੁਸੀਂ ਅਸਲ ਸਰੂਪ ਤਾਂ ਹਾਲੇ ਵੇਖਿਆ ਹੀ ਨਹੀਂ। ਹਾਲੇ ਤਾਂ ਖਾਲਸਾ ਲੈ ਸ਼ਿਕਾਰ ਕਰਨ ਹੀ ਆਇਆ ਹੋਇਆ ਸੀ ਮਾੜਾ ਮੋਟਾ। ਇਹ ਸ਼ਿਕਾਰ ਖੇਡਦੇ ਜੰਗ ਕਰਨ ਨਹੀਂ ਸੀ ਆਏ, ਇਹ ਤਾਂ ਸ਼ਿਕਾਰ ਖੇਡਣ ਆਏ ਸੀ। ਤੇ ਜੇ ਦੁਬਾਰਾ ਕੋਈ ਏਦਾਂ ਦੀ ਭੈੜੀ ਕਰਤੂਤ ਕੀਤੀ, ਸਾਡੇ ਆਉਂਦੇ ਜਾਂਦੇ ਕਿਸੇ ਸਿੱਖ ਨੂੰ ਪਰੇਸ਼ਾਨ ਕੀਤਾ, ਤੇ ਇਹੋ ਜੀ ਮਾਰ ਮਚੇਗੀ ਕਿ ਤੁਹਾਡੀਆਂ ਪੁਸ਼ਤਾਂ ਚੇਤੇ ਰੱਖਣਗੀਆਂ। ਇਤਿਆਦਿਕ ਕੈ ਤਰਾਸ ਬਤਾਇਓ। ਏਦਾਂ ਇਹਨਾਂ ਨੂੰ ਅੱਗੇ ਤੋਂ ਤਰਸਤ ਕੀਤਾ, ਯਾਨੀ ਕਿ ਇਹਨਾਂ ਦੇ ਅੰਦਰ, ਕਿਉਂਕਿ ਜਿਹੜਾ ਜਰਵਾਣਾ ਉਹਦੇ ਅੰਦਰ ਡਰ ਹੋਵੇਗਾ, ਤਦੇ ਜਰਵਾਣਾ ਪੁਣੇ ਦੀ ਬਿਰਤੀ ਨੂੰ ਛੱਡੇਗਾ। ਕੁਕਰਮੀ ਜ਼ਾਲਮ ਬੰਦਾ ਜਦੋਂ ਉਹਦੇ ਤੇ ਡਰ ਲਾਗੂ ਹੋਵੇਗਾ, ਤਦੇ ਹੀ ਜ਼ੁਲਮ ਕਰਨ ਤੋਂ ਪਿੱਛੇ ਹਟਦਾ। ਨਹੀਂ ਤਾਂ ਉਹ ਕਹਿੰਦਾ ਮੈਂ ਹੀ ਆ, ਮੇਰੇ ਤੋਂ ਬਿਨਾਂ ਹੋਰ ਹੈ ਹੀ ਨਹੀਂ ਕੋਈ। ਕਹਿੰਦੇ ਇਹਨਾਂ ਨੂੰ ਇਸ ਪ੍ਰਕਾਰ ਨਾਲ ਖਾਲਸੇ ਦਾ ਪ੍ਰਤਾਪ ਵਿਖਾਇਆ। ਦੁਰਗ ਕਿਤਕ ਕਰ ਸਹਿਤ ਟਹਾਇਓ। ਨਾਲ ਉਹਦੇ ਜਿਹੜੇ ਕਈ ਘਰ ਸਨ ਕਿਲੇ ਦੇ। ਘਰ ਕਿਹੜੇ? ਜਿਹੜੇ ਜ਼ਿਆਦਾ ਦੋਖੀ ਸੀ ਨਾ ਗੁਰੂ ਘਰ ਦੇ, ਜਿਹੜੇ ਪ੍ਰੇਰਦੇ ਸੀ, ਇਹਨਾਂ ਨੂੰ ਗਾਈਡ ਕਰਦੇ ਸੀ ਸਾਰੇ ਪਿੰਡ ਵਾਲਿਆਂ ਨੂੰ ਗਲਤ, ਉਹਨਾਂ ਦੇ ਘਰ ਵੀ ਢਾ ਦਿੱਤੇ। ਇਸ ਪ੍ਰਕਾਰ ਕਰ ਗ੍ਰਾਮੀ ਉਜਾਰਾ। ਏਦਾਂ ਇਹ ਪਿੰਡ ਮਹਾਰਾਜ ਜੀ ਨੇ ਹੁਕਮ ਕਰਕੇ ਉਜਾੜਿਆ ਹੈ। ਬਚਿਓ ਦੀਨ ਹੋਏ ਨਹੀਂ ਤਾਂ ਸਭ ਮਾਰਾ। ਜਿਹੜਾ ਦੀਨ ਹੋ ਕੇ ਸ਼ਰਨ ਆ ਗਿਆ ਉਹ ਬਚ ਗਿਆ, ਜਿਹਨੇ ਕੋਈ ਮਾੜੀ ਮੋਟੀ ਤੜੀ ਫੜੀ ਕੀਤੀ ਉਹ ਝਾੜ ਦਿੱਤਾ। ਕਿਉਂਕਿ ਖਾਲਸੇ ਦਾ ਬਿਰਦ ਇਹ ਹੈ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਸ਼ਰਨ ਆ ਜਾਏ, ਵੱਡੇ ਤੋਂ ਵੱਡਾ ਜਰਵਾਣਾ ਵੀ ਜੇ ਸ਼ਰਨ ਆ ਗਿਆ ਨਾ, ਉਹਨੇ ਗਲਤੀ ਮੰਨ ਲਈ ਤੇ ਬਖਸ਼ਿਆ ਜਾਂਦਾ। ਪਰ ਜੇ ਕੋਈ ਅੜੀ ਫੜੀ ਕਰੇ ਤੇ ਫਿਰ ਅੜਨ ਵਾਲੇ ਨੂੰ ਝਾੜਨਾ ਖਾਲਸਾ ਜਾਣਦਾ। ਸਿੰਘ ਜੋ ਮਰੇ ਦਹਾ ਕਰਵਾਏ। ਹੁਣ ਜਿੱਥੇ ਇਸ ਪਿੰਡ ਦੇ ਗੁੱਜਰ ਤੇ ਰੰਗੜ ਮਰੇ ਨੇ, ਉੱਥੇ ਕੁਝ ਮਹਾਰਾਜ ਜੀ ਦੇ ਸਿੰਘ ਵੀ ਸ਼ਹੀਦ ਹੋਏ ਨੇ। ਜਦੋਂ ਜੰਗ ਹੁੰਦਾ ਖਾਲਸਾ ਜੀ, ਜੰਗਾਂ ਯੁੱਧਾਂ ਦੇ ਵਿੱਚ ਤਾਂ ਫਿਰ ਜਿੱਥੇ ਦੁਸ਼ਮਣ ਦੇ ਬੰਦੇ ਮਰਦੇ ਆ, ਉੱਥੇ ਆਪਣੇ ਵੀ ਸ਼ਹੀਦ ਹੁੰਦੇ ਆ। ਪਰ ਉਹ ਸ਼ਹੀਦ ਜਿਹੜੇ ਆਪਣਾ ਆਪਾ ਆਪਣੇ ਸਾਹਿਬ ਤੋਂ ਕੁਰਬਾਨ ਕਰ ਜਾਂਦੇ ਨੇ, ਉਹ ਮਹਾਨ ਉੱਚੇ ਰੁਤਬੇ ਨੂੰ, ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਮਰਨਾ ਤਾਂ ਹੁੰਦਾ ਹੀ ਆ, ਸਰੀਰ ਦਾ ਕਿਹੜਾ ਅੰਤ ਨਹੀਂ ਹੋਣਾ। ਪਰ ਆਪਣੇ ਦੇਸ਼ ਤੋਂ, ਆਪਣੀ ਕੌਮ ਤੋਂ, ਆਪਣੇ ਧਰਮ ਤੋਂ ਆਪਣਾ ਆਪਾ ਕੁਰਬਾਨ ਕਰਕੇ ਸ਼ਹੀਦ ਹੋਣਾ, ਇਹ ਸਭ ਤੋਂ ਸ੍ਰੇਸ਼ਟ ਮੌਤ ਹੈ। ਮਰਨ ਮੁਨਸਾਂ ਸੂਰਿਆਂ ਹੱਕ ਹੈ। ਸੂਰਮਿਆਂ ਦਾ ਮਰਨਾ ਪ੍ਰਵਾਨ ਹੈ ਗੁਰੂ ਖਾਲਸਾ ਜੀ। ਹੱਕ ਦਾ ਮਤਲਬ ਹੁੰਦਾ ਸੱਚਾ ਮਰਨਾ ਸੂਰਮਿਆਂ ਦਾ ਹੈ। ਜੇ ਮੰਜੇ ਤੇ ਪਿਆ ਵੀ ਤਾਂ ਮਾਰੀ ਜਾਣਾ ਇੱਕ ਦਿਨ, ਜਦੋਂ ਆ ਕਦੋਂ ਆ ਜਾਣੀ ਹੈ। ਸੂਰਮੇ ਇਹ ਮਨ ਚ ਚਾਅ ਰੱਖਦੇ ਨੇ ਕਿ ਜਬ ਆਵ ਕੀ ਔਦ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੋ। ਜਦੋਂ ਮੇਰੇ ਸਰੀਰ ਦਾ ਅੰਤਲਾ ਸਮਾਂ ਆਵੇ, ਅੰਤਲੇ ਸਾਹ ਹੋਣ, ਉਦੋਂ ਮੈਂ ਜੰਗ ਦੇ ਮੈਦਾਨ 'ਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਾਂ। ਹਾਂਜੀ। ਕਾਇਲ ਹੋਤੇ ਸੰਗ ਉਚਵਾਏ। ਜਿਹੜੇ ਸ਼ਹੀਦ ਹੋ ਗਏ, ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਸਤਿਗੁਰੂ ਜੀ ਨੇ ਬਜਰੂੜ ਪਿੰਡ ਦੇ ਹੀ ਜੂਹ ਦੇ ਵਿੱਚ ਅੰਗੀਠਾ ਤਿਆਰ ਕਰਕੇ ਕਰਵਾਇਆ। ਜਿਹੜੇ ਘਾਇਲ ਸਨ, ਜ਼ਖਮੀ ਸਨ, ਉਹਨਾਂ ਜ਼ਖਮੀਆਂ ਨੂੰ ਉੱਥੋਂ ਲਿਆ। ਗੁੱਜਰ ਰੰਗੜ ਸੈਂਕੜੇ ਮਾਰਾ। ਜਿਹੜੇ ਇਸ ਪਿੰਡ ਦੇ ਸੈਂਕੜੇ ਗੁੱਜਰ ਤੇ ਰੰਗੜ ਮਾਰੇ ਗਏ ਨੇ, ਤੈਂ ਤੇ ਪਏ ਪ੍ਰਭੂ ਅਸਵਾਰਾ। ਉਹਨਾਂ ਦੇ ਜਿਹੜੇ ਅੱਗੇ ਵਾਰਸ ਸੀ, ਉਹਨਾਂ ਨੇ ਆਪਣੀ ਕਿਰਿਆ ਕੀਤੀ ਹੈ। ਸਤਿਗੁਰੂ ਜੀ ਜਿਹੜੇ ਜ਼ਖਮੀ ਸਿੰਘ ਸਨ,
ਉਹਨਾਂ ਨੂੰ ਚੁੱਕ ਕੇ ਬਜਰੂੜ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਆਏ ਨੇ। ਬਜੀ ਬੰਬਰਣ ਜੀਤ ਨਗਾਰਾ, ਔਰ ਜਿੱਤ ਦਾ ਨਗਾਰਾ ਵਜਾਉਂਦਿਆਂ ਤੇ ਜਿੱਤ ਦੇ ਨਿਸ਼ਾਨ ਚਲਾਉਂਦਿਆਂ ਹੋਇਆਂ ਨਗਾਰੇ ਤੇ ਵੀ ਕਹਿੰਦੇ ਖੁਸ਼ੀ ਦੀਆਂ ਚੋਭਾਂ ਵੱਜ ਰਹੀਆਂ ਹਨ। ਪਹੁੰਚੇ ਆਨੰਦਪੁਰੀ ਮਝਾਰਾ, ਨਗਾਰਾ ਵਜਾਉਂਦਿਆਂ ਨਿਸ਼ਾਨ ਚਲਾਉਂਦਿਆਂ ਮਹਾਰਾਜ ਜੀ ਆਪਣੀ ਫੌਜ ਸਮੇਤ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ। ਦੋਹਰਾ ਮਾਰ ਗ੍ਰਾਮ ਬਜਰੂੜ ਕੋ, ਦੁੰਦਪ ਦੀ ਬਜਾਏ। ਬਜਰੂੜ ਪਿੰਡ ਨੂੰ ਸੋਧਾ ਲਾਇਆ ਸਿੰਘਾਂ ਨੇ। ਬਜਰੂੜ ਪਿੰਡ ਨੂੰ ਸੋਧਾ ਲਾ ਕੇ ਇੱਥੇ ਰਹਿਣ ਵਾਲੇ ਜ਼ਾਲਮਾਂ ਤੇ ਜਰਵਾਣਿਆਂ ਨੂੰ ਸੋਧਾ ਲਾ ਕੇ ਸਿੰਘ ਜਿੱਤ ਦਾ ਨਗਾਰਾ ਵਜਾਉਂਦਿਆਂ ਹੋਇਆਂ, ਕਿਉਂਕਿ ਜਿੱਤ ਦੇ ਨਗਾਰੇ ਤੇ ਜਿੱਤ ਦੇ ਨਿਸ਼ਾਨ ਤਲਵਾਰ ਦੇ ਜ਼ੋਰ ਨਾਲ ਚਲਾਏ ਜਾਂਦੇ ਹਨ। ਤੋ ਜਿੱਤ ਦੇ ਨਿਸ਼ਾਨ ਤੇ ਜਿੱਤ ਦੇ ਨਗਾਰੇ ਵਜਾਉਂਦਿਆਂ ਹੋਇਆਂ ਨਿਸ਼ਾਨ ਚਲਾਉਂਦਿਆਂ ਹੋਇਆਂ ਸਿੰਘ ਬਜਰੂੜ ਤੋਂ ਸ੍ਰੀ ਆਨੰਦਪੁਰ ਸਾਹਿਬ ਆਏ ਹਨ। ਫਤਿਹ ਪਾਏ ਪੁਰ ਮੈਂ ਪ੍ਰਵਸ਼ੇ, ਗਰਜੇ ਫਤਿਹ ਬੁਲਾਏ। ਜਦੋਂ ਫਤਿਹ ਹਾਸਲ ਕਰਕੇ, ਫਤਿਹ ਦਾ ਮਤਲਬ ਜਿੱਤ ਹਾਸਲ ਕਰਕੇ ਜਦੋਂ ਆਨੰਦਪੁਰ ਸਾਹਿਬ ਆਏ ਸਤਿਗੁਰੂ ਜੀ, ਅੱਗੋਂ ਜਿੰਨੀ ਸੰਗਤ ਜਿੰਨੇ ਸਿੰਘ ਮਿਲੇ ਸਭ ਨੇ ਆ ਕੇ ਗੱਜ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਖਾਲਸਾ ਵਾਹਿਗੁਰੂ ਦਾ ਹੈ, ਖਾਲਸਾ ਵਾਹਿਗੁਰੂ ਦਾ ਹੈ ਤੇ ਫਿਰ ਫਤਿਹ ਵੀ ਵਾਹਿਗੁਰੂ ਦੀ ਆ, ਕਿਉਂਕਿ ਵਾਹਿਗੁਰੂ ਦੀ ਤਾਂ ਕਦੇ ਹਾਰ ਹੁੰਦੀ ਹੀ ਨਹੀਂ। ਕਦੇ ਪਰਮੇਸ਼ਰ ਹਾਰਦਾ? ਪਰਮੇਸ਼ਰ ਨਹੀਂ ਕਦੇ ਹਾਰ ਸਕਦਾ। ਖਾਲਸਾ ਵਾਹਿਗੁਰੂ ਦਾ, ਇਸ ਕਰਕੇ ਫਤਿਹ ਵੀ ਵਾਹਿਗੁਰੂ ਦੀ ਹੈ। ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਇਸ ਕਰਕੇ ਗੁਰਦੇਵ ਸਪਸ਼ਟ ਕਰ ਦਿੰਦੇ ਹਨ ਜੇ ਅਸੀਂ ਜੰਗ ਜਿੱਤੇ ਹਾਂ ਤੇ ਅਕਾਲ ਪੁਰਖ ਦੀ ਕਿਰਪਾ ਨਾਲ। ਇਹ ਫਤਿਹ ਅਕਾਲ ਪੁਰਖ ਦੀ ਹੈ, ਅਕਾਲ ਪੁਰਖ ਪਰਮੇਸ਼ਰ ਦੀ ਹੈ। ਤੋ ਇਸ ਪ੍ਰਕਾਰ ਨਾਲ ਜਦੋਂ ਵਾਪਸ ਆਏ, ਅੱਗੋਂ ਜਿੰਨੀ ਸੰਗਤ ਮਿਲੀ, ਜਿੱਤ ਦੇ ਸਿੰਘ ਮਿਲੇ, ਸਭ ਨੇ ਮਹਾਰਾਜ ਜੀ ਨੂੰ ਆ ਕੇ ਫਤਿਹ ਬੁਲਾਈ, ਵਧਾਈਆਂ ਦਿੱਤੀਆਂ। ਮਹਾਰਾਜ ਜੀ ਜੰਗ ਜਿੱਤ ਕੇ ਆਏ ਹੋ, ਰਣ ਫਤਿਹ ਕਰਕੇ ਆਏ ਹੋ। ਇਸ ਪ੍ਰਕਾਰ ਨਾਲ ਵਧਾਈਆਂ ਗੂੰਜੀਆਂ। ਜ਼ਖਮੀ ਸਿੰਘਾਂ ਦੇ ਮਲਮ ਪੱਟੀ ਕੀਤੀ ਗਈ, ਸਾਲ ਪੱਤਰ ਬੰਨੇ ਗਏ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਦੀ ਸੋਭਾ ਚਾਰੇ ਪਾਸੇ ਉਜਾਗਰ ਹੋ ਰਹੀ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ ਆ ਰਿਹਾ ਹੈ। ਸਮੁੱਚਾ ਖਾਲਸਾ ਪੰਥ ਇਕੱਤਰ ਹੋ ਰਿਹਾ ਹੈ। ਉੱਥੇ ਕੁਝ ਮੇਲਿਆਂ ਦੇ ਵਿੱਚ ਐਸੀਆਂ ਘਟਨਾਵਾਂ ਘਟ ਰਹੀਆਂ ਹਨ ਜਿਨ੍ਹਾਂ ਬਾਬਤ ਕਲਗੀਧਰ ਜੀ ਸੰਗਤ ਨੂੰ ਉਪਦੇਸ਼ ਦੇ ਰਹੇ ਨੇ। ਸੋ ਸਾਖੀ ਜੋ ਪੁਰਾਤਨ ਇਤਿਹਾਸਕ ਗ੍ਰੰਥ ਹੈ, ਉਹਦੇ ਵਿੱਚੋਂ ਜਿਹੜੀਆਂ ਸਾਖੀਆਂ ਨੇ, ਉਹਨਾਂ ਸਾਖੀਆਂ ਦਾ ਅਨੁਵਾਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਇਸ ਕਥਾ ਦੇ ਦੌਰਾਨ ਅਗਲੇ ਪ੍ਰਕਰਣਾਂ ਵਿੱਚ ਕਰ ਰਹੇ ਨੇ। ਉਹ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।